आप मुक्त मोहि तारै, आप मुक्त मोहि तारै, आप मुक्त मोहि तारै, आप मुक्त मोहि तारै। आप मुक्त मोहि तारै, 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 आप मुक्त मोहि तारै। आप मुक्त मोहि तारै, 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 आप मुक्त मोहि तारै। ऐसे गुर को बल बल जाइए, 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 ऐसे गुर का बल बल जाइए, ऐसे गुर का बल बल जाइए। फरीदा दरियावे कन्ने बगला, बैठा केल करे, केल करेंदे हंजनो, अचिंते बाज पए, बाज पए तिस रब दे केला विसरियां। जो मन चितना चेते सन, सो गाली रब कियां। जो मन चितना चेते सन, साढ़े त्रै मन दे होरी, चलै पानी अन्न। आयो बंदा दुनी विच, वत असूनी बन। मलकल मौत जा आवसी, सब दरवाजे बन। देखो बंदा चलिया, चौं जणिया दे कन्न। वेखो बंदा चलिया, देखो बंदा चलिया, चौं जणिया दे कन्न। तिन्हां प्यारियां भाइयां, अगे दिता बन। फरीदा अमल जे कीते दुनी विच, से दरगह आए कम। अमल जे कीते दुनी विच, से दरगह आए कम। पातशाह कहंदे चिंता न कर, चिंता करेंगा अपने आप नूं कोई रोग ला लेगा। ते चिंता भी उन्हां नूं हुंदी है जिन्हां नाल मोह होवे गुरु। बथेरी दुनिया सड़कों ते आउंदियां जांदियां एक्सीडेंट होए पए हुंदे, आपां लंघ जाने आ, क्यों? अपना मोह नहीं हुंदा। ते जिथे कोई अपना होवे, काम छड्ड के, नौकरी छड्ड के भी लैके भजदे आ भी किवें ना किवें नूं बचाया जावे, क्यों? मोह है। पर सतगुर कहिंदे ने, चिंता ताकी कीजिए जो अनहोनी होनी। कहंदे ठीक है चिंता कर, पर चिंता ओदी करो जिहड़ी किसी होर नाल ना होई होवे ते कल्ले तेरे नाल हो जे, भी मेरे नाल आ क्यों होया, ओदी कर ले चिंता। पर एहो मार्ग संसार को नानक थिर नहीं कोई। जेड़ा समा अज अपने ते आया है भाई, ये तो सतगुर कहंदे संसार दा मार्ग है, ते सदा इत्थे कोई भी नहीं रह सकिया।
ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੀ ਲਾਜ ਬਚਾਉਣ ਵਾਸਤੇ ਔਰੰਗਜ਼ੇਬ ਨੂੰ ਜ਼ਬਰ ਜ਼ੁਲਮ ਕਰਨ ਤੋਂ ਰੋਕਣ ਵਾਸਤੇ ਦਿੱਲੀ ਗਏ ਸੀ। ਉਹਨੂੰ ਸਮਝਾਇਆ ਬਹੁਤ ਪਰ ਮੰਨਿਆ ਨਾ ਗੁਰਮਤਿ। ਆਖਰਕਾਰ ਗੁਰੂ ਸਾਹਿਬ ਦੇ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ। ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ 'ਚੋਂ ਉਬਾਲ ਦਿੱਤਾ ਗਿਆ। ਫਿਰ ਰਹਿ ਗਏ ਸਨ ਇਕੱਲੇ ਗੁਰੂ ਤੇਗ ਬਹਾਦਰ ਪਾਤਸ਼ਾਹ। ਪਤਾ ਸੀਗਾ ਵੀ ਸਭ ਕੁਝ ਹੋਣਾ ਹੈ। ਫਿਰ ਉਹਨਾਂ ਨੇ ਚਿੱਠੀਆਂ ਲਿਖੀਆਂ। ਆ ਜਿਹੜਾ ਸ਼ਲੋਕ ਹੁਣ ਆਪਾਂ ਪੜ੍ਹਿਆ ਨਾ, ਗ੍ਰੰਥੀ ਸਿੰਘਾਂ ਨੇ ਪ੍ਰੇਮ ਅਦਬ ਸਤਿਕਾਰ ਨਾਲ ਪਾਠ ਦੇ ਭੋਗ ਪਾਏ। 9ਵੇਂ ਮਹੱਲੇ ਦੇ ਸ਼ਲੋਕ ਪੜ੍ਹੇ ਗਏ। ਇਹ ਸ਼ਲੋਕਾਂ ਦੇ ਵਿੱਚ ਜਿਹੜੇ ਸ਼ਬਦ ਲਿਖੇ ਹੈ ਨਾ, ਇਹ ਗੁਰੂ ਤੇਗ ਬਹਾਦਰ ਜੀ ਨੇ ਚਿੱਠੀਆਂ ਲਿਖੀਆਂ ਸੀ ਆਪਣੇ ਪਰਿਵਾਰ ਨੂੰ, ਮਾਤਾ ਗੁਜਰ ਕੌਰ ਜੀ ਨੂੰ, ਧਰਮ ਸੁਪਤਨੀ ਨੂੰ ਤੇ ਆਪਣੀ ਮਾਤਾ ਨਾਨਕੀ ਜੀ ਨੂੰ। ਇਹ ਚਿੱਠੀਆਂ ਲੈ ਕੇ ਭੇਜਿਆ ਸੀ ਵੀ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਵੀ ਨਹੀਂ ਰਹਿ ਸਕਿਆ। ਉਦਾਹਰਨ ਵੀ ਦਿੱਤੀ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਕਿੰਨੇ ਕਿੰਨੇ ਵੱਡੇ ਪਰਿਵਾਰ ਸਨ। 1 ਲੱਖ ਪੂਤ 1.25 ਲੱਖ ਨਾਤੀ, 1 ਲੱਖ ਪੁੱਤਰ 1.25 ਲੱਖ ਪੋਤਰਾ। ਤੇ ਵਿਦਵਾਨ ਦੱਸਦੇ ਆ ਵਿੱਚੇ ਰਾਣੀਆਂ ਮਹਾਰਾਣੀਆਂ ਲਾ ਕੇ 2.5 ਲੱਖ ਦੀ ਗਿਣਤੀ ਸੀ। ਕਿੰਨਾ ਵੱਡਾ ਪਰਿਵਾਰ ਸੀ। ਇੱਥੋਂ ਤੱਕ ਵੀ ਇਤਿਹਾਸ ਵਿੱਚ ਲਿਖਿਆ, ਕਹਿੰਦੇ ਕਾਲ ਨੂੰ ਵੀ ਪਾਵੇ ਨਾਲ ਬੰਨ੍ਹ ਲਿਆ। ਐਨੀ ਤਾਕਤ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਆਪਾਂ ਤਾਂ ਹੁਣ ਕਹਿੰਦੇ ਆ ਵੀ ਸੌਰ ਊਰਜਾ ਨਾਲ ਚੁੱਲ੍ਹੇ ਚੱਲ ਪਏ। ਉਹਨੇ ਉਦੋਂ ਹੀ ਇੰਨੀ ਤਰੱਕੀ ਕਰ ਲਈ ਸੀ। ਗੁਰੂ ਅਗਨੀ ਦੇਵਤਾ ਜਾ ਕੇ ਗੁਰਮੁਖ ਪਿਆਰੇ ਉਹਦੇ ਕੱਪੜੇ ਧੋਂਦਾ ਸੀ। ਮਹਾਰਾਜ ਨੇ ਹਿੰਦੂ ਵੀਰਾਂ ਦਾ ਇਤਿਹਾਸ ਵੀ ਸਾਡੇ ਸਾਹਮਣੇ ਲਿਆਂਦਾ, ਪਰ ਸਾਨੂੰ ਸਮਝਾਉਣ ਵਾਸਤੇ। ਕਹਿੰਦੇ ਉਹਨਾਂ ਵੱਲ ਦੇਖ ਲੈ, ਉਹ ਵੀ ਚਲੇ ਗਏ। ਰਾਮ ਜੀ ਨੂੰ ਹਿੰਦੂ ਵੀਰ ਅਵਤਾਰ ਮੰਨਦੇ ਐ ਤੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਕਹਿੰਦੇ ਤ੍ਰੇਤੇ ਯੁੱਗ ਵਿੱਚ ਰਾਮ ਦੇ ਰੂਪ ਵਿੱਚ ਇਹ ਵਾਹਿਗੁਰੂ ਤੈਂ ਆਨੰਦ ਮਾਣਿਆ। ਪਰ ਰਾਮ ਜੀ ਕਿਹੜਾ ਸਰੀਰ ਕਰਕੇ ਰਹੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਲਿਖਿਆ ਭਾਈ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਕਿੰਨੇ ਕਿੰਨੇ ਵੱਡੇ ਪਰਿਵਾਰ ਸੀ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਕਹਿੰਦੇ ਇੱਥੇ ਸਦਾ ਰਹਿਣ ਵਾਲਾ ਤਾਂ ਕੁਛ ਨਹੀਂ ਹੈਗਾ। ਇਹ ਸੰਸਾਰ ਤਾਂ ਸੁਪਨੇ ਦੇ ਵਾਂਗੂ ਹੈ। ਤੇ ਸੁਪਨੇ ਵਿੱਚ ਬੰਦਾ ਬਹੁਤ ਕੁਛ ਦੇਖਦਾ ਹੈ ਤੇ ਕਈ ਵਾਰੀ ਜਾਗ ਖੁੱਲਦੀ ਹੈ, ਫਿਰ ਪਤਾ ਲੱਗਦਾ ਵੀ ਪਏ ਕਿਤੇ ਹੋਰ ਆ, ਸੁਪਨੇ 'ਚ ਕਿਤੇ ਹੋਰ ਹੀ ਤੁਰੇ ਫਿਰਦੇ ਸੀ। ਇਸੇ ਤਰ੍ਹਾਂ ਆਪਾਂ ਹਰ ਬੰਦਾ ਸੋਚਦਾ ਮੈਂ ਆਹ ਵੀ ਕਰਾਂ, ਮੈਂ ਆਹ ਵੀ ਕਰਾਂ। ਕਈਆਂ ਨੂੰ ਮੌਕਾ ਮਿਲ ਜਾਂਦਾ ਗੁਰਮੁਖੋ ਤੇ ਕਈਆਂ ਨੂੰ ਮੌਕਾ ਨਹੀਂ ਮਿਲਦਾ। ਜਿਨ੍ਹਾਂ ਨੂੰ ਨਹੀਂ ਮੌਕਾ ਮਿਲਦਾ, ਪਤਾ ਲੱਗਦਾ ਵੀ ਜ਼ਿੰਦਗੀ ਲੰਘ ਗਈ। ਜਿਹੜੇ ਸਵਾਸ ਮਿਲੇ ਸੀ ਉਹ ਆਪਾਂ ਸੰਸਾਰ ਦੇ ਧੰਦਿਆਂ 'ਚ ਗਵਾ ਲਏ ਤੇ ਜਿਹੜਾ ਕੰਮ ਅਸਲੀ ਕਰਨ ਵਾਸਤੇ ਆਏ ਸੀ ਉਹ ਕਿਹੜਾ? ਪ੍ਰਾਨੀ ਤੂੰ ਆਇਓ ਲਾਹਾ ਲੈਣ। ਕਹਿੰਦੇ ਲਾਹਾ ਲੈਣ ਆਇਆ। ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਕਿਹੜੇ ਕੰਮਾਂ 'ਚ ਫਸਿਆ ਪਿਆ? ਤੇਰੀ ਜ਼ਿੰਦਗੀ ਰੂਪੀ ਰਾਤ ਬਤੀਤ ਹੁੰਦੀ ਜਾ ਰਹੀ ਹੈ। ਲਾਹਾ ਕਾਹਦਾ ਲੈਣਾ ਹੈ? ਲਾਹਾ ਲੈਣਾ ਹੈ ਭਾਈ ਭਜਨ ਬੰਦਗੀ ਦਾ, ਸੇਵਾ ਸਿਮਰਨ ਦਾ। ਜਿਹੜੇ ਤਾਂ ਦੇਖੋ ਇਹ ਕਾਰਜ ਕਰਦੇ ਆ ਉਹਨਾਂ ਦਾ ਤਾਂ ਜੀਵਨ ਸਫਲ, ਤੇ ਜਿਹੜੇ ਭਜਨ ਸਿਮਰਨ ਨਹੀਂ ਕਰਦੇ ਉਹ ਬਾਕੀ ਜੋ ਮਰਜ਼ੀ ਕਰੀ ਜਾਣ। ਗੱਲ ਉਹ ਹੋ ਜਾਂਦੀ ਹੈ ਜਿਹੜੀ ਰਹਿਰਾਸ ਸਾਹਿਬ ਵਿੱਚ ਲਿਖੀ ਹੈ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਹੋਰ ਜਿਹੜੇ ਵੀ ਕਾਰਜ ਕਰਦਾ
ਜੇ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਕਿਸੇ ਦਾ ਭਲਾ ਨਹੀਂ ਕਰਦਾ, ਬਾਕੀ ਕੀਤੇ ਕੰਮ ਕਿਸੇ ਲੇਖੇ ਨਹੀਂ ਪੈਣੇ। ਹਾਂ, ਜੇ ਤੂੰ ਭਲਾ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ, ਫਿਰ ਚਾਹੇ ਤੂੰ ਰੱਬ ਦਾ ਭਗਤ ਹੈ, ਚਾਹੇ ਰਾਜਾ ਹੈ, ਚਾਹੇ ਰਾਜਨੀਤਿਕ ਹੈ ਕੋਈ, ਚਾਹੇ ਕੋਈ ਆਮ ਇਨਸਾਨ ਹੈ, ਜਿਹੜਾ ਸੰਸਾਰ ਦਾ ਭਲਾ ਕਰਦਾ ਹੈ, ਨਾਲ ਨਾਲ ਪਰਮੇਸ਼ਰ ਦਾ ਭਜਨ ਕਰਦਾ ਹੈ, ਬੰਦਗੀ ਕਰਦਾ ਹੈ, ਉਹਦਾ ਸੰਸਾਰ ਵਿੱਚ ਨਾਂ ਵੀ ਰਹਿੰਦਾ ਹੈ ਤੇ ਉਹਦੀ ਪੂਜਾ ਵੀ ਹੁੰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਤੱਕ ਵੀ ਕਹਿ ਦਿਆਂ, ਗੁਰੂਆਂ ਦੇ ਬਰਾਬਰ ਹੀ ਉਹ ਪੂਜੇ ਗਏ ਜਿਹੜੇ ਭਜਨ ਨਾਲ ਜੁੜ ਗਏ। ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਹੋਏ ਆ ਮਹਾਂਪੁਰਖ ਇੱਧਰੋਂ। ਗੁਰਮੁਖ ਪਿਆਰਿਓ, ਬਾਬਾ ਕਰਮ ਸਿੰਘ ਜੀ ਮਹਾਂਪੁਰਸ਼ ਹੋਤੀ ਮਰਦਾਨ ਵਾਲੇ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਹੋਰ ਕਿੰਨੇ ਮਹਾਂਪੁਰਸ਼ ਨੇ ਜਿਹੜੇ ਸਿਮਰਨ ਨਾਲ ਜੁੜੇ ਸੀ। ਉਹਨਾਂ ਦਾ ਸਤਿਕਾਰ ਹੋਇਆ ਤੇ ਹੁੰਦਾ ਹੀ ਰਹਿਣਾ। ਆਪਾਂ ਨੂੰ ਵੀ ਮਹਾਰਾਜ ਕਹਿੰਦੇ ਨੇ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਫਿਰ ਕੀਤਾ ਕੀ ਜਾਵੇ। ਫਿਰ ਇੱਥੇ ਮਹਾਰਾਜ ਲਿਖਦੇ ਆ, ਜਦੋਂ ਸ਼ਲੋਕ ਪੜ੍ਹਦੇ ਆ ਨਾ, ਦੇਖੋ ਵਾਹਿਗੁਰੂ ਦੇ ਗੁਣ ਗਾਉਣ ਦੀ ਗੱਲ ਕੀਤੀ। ਪਹਿਲਾ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਕਹਿੰਦੇ ਜੇ ਤੂੰ ਵਾਹਿਗੁਰੂ ਦੇ ਗੁਣ ਨਹੀਂ ਗਾਏ, ਸਮਝ ਲਾ ਤੇਰਾ ਜੀਵਨ ਬੇਅਰਥ ਚਲਿਆ ਗਿਆ। ਤੇ ਜੇ ਗੁਣ ਗਾਉਣੇ ਹੀ ਹੈ, ਫਿਰ ਗਾਈ ਵੀ ਇਸ ਤਰ੍ਹਾਂ, ਕਹੋ ਨਾਨਕ ਹਰ ਭਜ ਮਨਾ ਜਿਹੇ ਵਿਦ ਜਲ ਕੋ ਮੀਨ। ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਇਸੇ ਤਰ੍ਹਾਂ ਗੁਰਸਿੱਖਾ ਆਪਣਾ ਜੀਵਨ ਵੀ ਇਹੋ ਜਿਹਾ ਬਣਾ ਲੈ, ਗੁਰੂ ਬਾਣੀ ਤੋਂ ਬਿਨਾਂ ਤੂੰ ਰਹਿ ਨਾ ਸਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਦਾ ਜੀਵਨ ਜਿਹੜੇ ਜਿਉਂਦੇ ਐ, ਉਹਨਾਂ ਦਾ ਮਾਣ ਅਦਬ ਸਤਿਕਾਰ ਹੁੰਦਾ ਹੈ। ਤੇ ਸਤਿਗੁਰ ਨੇ ਲਾਸਟ ਵਿੱਚ ਵੀ ਇਹੀ ਕਿਹਾ, ਕਹਿੰਦੇ ਜਿਹਬਾ ਗੁਣ ਗੋਬਿੰਦ ਭਜੋ। ਜੀਭਾ ਦੇ ਨਾਲ ਭਾਈ ਵਾਹਿਗੁਰੂ ਦਾ ਭਜਨ ਕਰਿਆ ਕਰ, ਗੁਣ ਗਾਇਆ ਕਰ। ਕਰਨ ਸੁਨੋ ਹਰ ਨਾਮ, ਕਹਿੰਦੇ ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ ਸੁਣਿਆ ਕਰ। ਤੇ ਆਪਾਂ ਸੋਚਦੇ ਆਂ ਫਾਇਦਾ ਕੀ ਹੋਊ, ਸਤਿਗੁਰ ਨੇ ਫਾਇਦਾ ਵੀ ਦੱਸਿਆ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰ ਹੈ ਨਾ ਜਮ ਕੈ ਧਾਮ। ਕਹਿੰਦੇ ਹੇ ਮੇਰਿਆ ਮਨਾ ਸੁਣ ਲੈ, ਤੂੰ ਜਮਾਂ ਦੇ ਵਸ ਨਹੀਂ ਪਏਗਾ ਜੇ ਦੋ ਕਾਰਜ ਕਰਦਾ ਰਹੇ। ਕੰਨਾਂ ਨਾਲ ਵਾਹਿਗੁਰੂ ਦੀ ਬਾਣੀ ਸੁਣਿਆ ਕਰ ਤੇ ਜੀਭਾ ਦੇ ਨਾਲ ਨਾਮ ਜਪਿਆ ਕਰ ਭਾਈ। ਇਹ ਸਤਿਗੁਰੂ ਜੀ ਦਾ ਸਿਧਾਂਤ ਹੈ। ਜਿਨ੍ਹਾਂ ਨੇ ਵੀ ਬਚਨ ਕਮਾ ਲਏ, ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ। ਤੇ ਨਹੀਂ ਤਾਂ ਫਿਰ ਸੰਸਾਰ ਦਾ ਹਾਲ ਆਪਾਂ ਦੇਖੀ ਜਾਂਦੇ ਆ। ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ। ਕਈ ਤਾਂ ਉਹ ਨੇ ਨਾ ਜਿਹੜੇ ਕਹਿੰਦੇ ਵੀ ਧਰਮ ਦਾ ਡਰਾਵਾ ਦਿੱਤਾ ਜਾਂਦਾ ਹੈ। ਇਹ ਡਰਾਵਾ ਨਹੀਂ ਹੁੰਦਾ ਗੁਰਮੁਖ। ਇੱਕ ਬੰਦਾ ਤੁਰਿਆ ਜਾਂਦਾ ਹੈ, ਦਿਖਦਾ ਉਹਨੂੰ ਹੋਵੇ ਨਾ ਤੇ ਮੂਹਰੇ ਹੋਵੇ ਖੂਹ। ਜੇ ਕੋਈ ਕਹਿ ਦੇ ਵੀ ਭਾਈ ਤੇਰੇ ਮੂਹਰੇ ਖੂਹ ਹੈ, ਤੂੰ ਪਾਸਾ ਕਰ ਲੈ, ਹੋ ਸਕਦਾ ਉਹਦੀ ਜਾਨ ਬਚ ਜਾਵੇ ਗੁਰਮੁਖ। ਫਿਰ ਉਹ ਡਰਾਵਾ ਨਹੀਂ ਨਾ ਹੋ ਸਕਦਾ। ਤੇ ਸਤਿਗੁਰੂ ਮਹਾਰਾਜ ਸਾਡੇ ਲਈ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕਰਕੇ ਸਾਡੇ ਸਾਹਮਣੇ ਸੱਚ ਰੱਖ ਕੇ ਗਏ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀ। ਕਹਿੰਦੇ ਹੈ ਇਨਸਾਨ, ਤੇਰਾ ਵਾਸਾ ਇਹੇ ਜੇ ਸਾਗਰ ਵਿੱਚ ਹੈ ਜਿੱਥੇ ਪਾਣੀ ਦੀ ਜਗ੍ਹਾ ਅੱਗ ਹੀ ਅੱਗ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਿਤ ਸਰਵਰੜੈ ਭਈ ਲੈ ਨਿਵਾਸਾ, ਇਹੇ ਜੇ ਸਾਗਰ ਵਿੱਚ ਤੇਰਾ ਵਾਸਾ ਹੈ। ਪਾਣੀ ਪਾਵਕ, ਕਹਿੰਦੇ ਪਾਣੀ ਨਹੀਂ ਅੱਗ ਹੀ ਅੱਗ ਹੈ। ਤੇ ਕੀਤਾ ਵੀ ਕਿਹਨੇ ਹੈ? ਪਾਣੀ ਪਾਵਕ ਤਿਨ ਹੈ ਕੀ ਹੈ, ਉਸ ਮਾਲਕ ਦੀ ਰਚਨਾ ਰਚੀ ਹੋਈ ਹੈ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾਂ ਤਹ ਡੂਬੀਆਂ ਨੇ। ਕਹਿੰਦੇ ਇਹ ਸੰਸਾਰ ਵਿੱਚ ਅੱਗ ਹੀ ਅੱਗ ਹੈ, ਮੋਹ ਮਾਇਆ ਦਾ ਚਿੱਕੜ ਹੈ। ਤੇ ਅਸੀਂ ਦੇਖਦੇ ਹਾਂ ਬਹੁਤ ਦੁਨੀਆ ਜਿਹੜੀ ਡੁੱਬੀ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਏਕ ਨ ਚੇਤ ਸਮੂੜ ਮਨਾ, ਹੇ ਮੇਰਿਆ ਮੂਰਖ ਮਨਾ, ਕਿਉਂ ਨਹੀਂ ਤੂੰ ਉਸ ਇੱਕ ਪਰਮਾਤਮਾ ਨੂੰ ਚੇਤੇ ਕਰਦਾ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲੇ।
ਕਹਿੰਦੇ ਗੁਣ ਤਾਂ ਵਾਹਿਗੁਰੂ ਨੇ ਸਭ ਨੂੰ ਦਿੱਤੇ ਆ, ਜਿੰਨੇ ਵੀ ਬੈਠੇ ਹੋ ਨਾ ਸਾਰਿਆਂ ਵਿੱਚ ਕੋਈ ਨਾ ਕੋਈ ਗੁਣ ਮਾਲਕ ਨੇ ਪਾਇਆ। ਜੇ ਤਾਂ ਮਾਲਕ ਨੂੰ ਰੱਖਾਂਗੇ ਯਾਦ, ਫਿਰ ਤਾਂ ਸਾਡੇ ਗੁਣਾਂ ਦੀ ਵੀ ਕਦਰ ਪਊਗੀ। ਤੇ ਜਿਹੜੇ ਵਾਹਿਗੁਰੂ ਨੂੰ ਭੁੱਲ ਗਏ ਉਹਨਾਂ ਦੇ ਗੁਣ ਵੀ ਗਲ ਜਾਂਦੇ ਆ, ਖਤਮ ਹੋ ਜਾਂਦੇ ਆ। ਤਾਂ ਲਿਖਿਆ ਮਨ ਏਕ ਨ ਚਿਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਓ ਮਹਾਰਾਜ ਦੇ ਚਰਨਾਂ 'ਚ ਕਹਿੰਦੇ ਅਰਦਾਸ ਕਰ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਕਹਿੰਦੇ ਹੈ ਵਾਹਿਗੁਰੂ ਨਾ ਤਾਂ ਅਸੀਂ ਜਤੀਓ ਹੀ ਰਹਿ ਸਕੇ, ਨਾ ਸਤੀ ਹੈ ਪੱਲੇ ਸਾਡਾ, ਤਾਂ ਨਾ ਹੀ ਜੋ ਪੜ੍ਹਨਾ ਸੀ ਉਹ ਪੜ੍ਹਿਆ ਗਿਆ। ਅੱਜ ਦੇਖ ਲਓ ਸਕੂਲਾਂ ਕਾਲਜਾਂ ਦੀ ਵਿੱਦਿਆ ਤਾਂ ਬਹੁਤ ਪੜ੍ਹ ਗਏ ਗੁਰੂ, ਪਰ ਜਪਜੀ ਸਾਹਿਬ ਕਿਸੇ ਨੂੰ ਹੀ ਯਾਦ ਹੋ। ਸਤਿਗੁਰ ਤਾਂ ਕਹਿੰਦੇ ਜੇ ਬੱਚਿਆਂ ਸਕੂਲ ਵੀ ਜਾ, ਪੜ੍ਹਾਈ ਵੀ ਕਰ, ਨਾਲ ਨਾਲ ਨਿਤਨੇਮ ਵੀ ਕਰਿਆ ਕਰ। ਕੋਈ ਗੁਰਮੁਖ ਪਰਿਵਾਰ ਹੋਊ ਜਿਹੜਾ ਕਹੇ ਭਾਈ ਚਾਹੇ ਪੁੱਤਰ ਹੈ ਚਾਹੇ ਧੀ ਹੈ ਵੀ ਸਕੂਲੀ ਪੜ੍ਹਾਈ ਵੀ ਪੜ੍ਹ, ਪਰ ਨਾਲ ਨਾਲ ਭਾਈ ਪੰਜ ਬਾਣੀਆਂ ਗੁਰੂ ਸਾਹਿਬ ਦਾ ਹੁਕਮ ਹੈ ਉਹ ਵੀ ਪੜ੍ਹਿਆ ਕਰ। ਵਿਦਿਆ ਮਾੜੀ ਨਹੀਂ, ਪੜ੍ਹੋ ਜਿੰਨੀ ਪੜ੍ਹੀ ਜਾਂਦੀ ਹੈ, ਵਿਦਿਆ ਨਾਲ ਸਾਡੀ ਕਦਰ ਪੈਣੀ ਹੈ, ਪਰ ਨਾਲ ਨਾਲ ਸਤਿਗੁਰੂ ਦਾ ਨਾਮ ਵੀ ਜਪਣਾ ਹੈ। ਤੇ ਕੋਈ ਜਪਦਾ ਹੋਣਾ ਗੁਰਮੁਖ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਾਇਆ। ਬਸ ਮੂਰਖਾਂ ਵਾਂਗੂ ਜ਼ਿੰਦਗੀ ਬਤੀਤ ਹੋ ਰਹੀ ਹੈ। ਮੂਰਖ ਮੁਗਦਾ ਜਨਮ ਪਾਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਇਹ ਵਾਹਿਗੁਰੂ ਸਾਡੀ ਬੇਨਤੀ ਹੈ, ਉਹਨਾਂ ਗੁਰਮੁਖਾਂ ਦੀ ਸੰਗਤ ਬਖਸ਼ ਦੇ, ਉਹਨਾਂ ਦੀ ਸ਼ਰਨ ਦਾ ਸਾਨੂੰ ਮੋਹ ਪ੍ਰੇਮ ਜਾਗ ਪਵੇ, ਜਿਨ੍ਹਾਂ ਨੂੰ ਵਾਹਿਗੁਰੂ ਜੀ ਤੁਸੀਂ ਕਦੇ ਵੀ ਨਹੀਂ ਭੁੱਲਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਨਿਮਰਤਾ ਨਾਲ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਹੈ। ਤੇ ਅਰਦਾਸ ਕਰਨ ਦਾ ਤਰੀਕਾ ਕੋਈ ਵੀ ਹੋ ਸਕਦਾ ਹੈ, ਤੇ ਮਾਲਕ ਸੁਣਦੇ ਨੇ। ਲੁਬਾਣਾ ਬਰਾਦਰੀ ਆ, ਦੇਖੋ ਮੱਖਣ ਸ਼ਾਹ ਲੁਬਾਣੇ ਨੇ ਜਦੋਂ ਬੇੜਾ ਡੁੱਬਦਾ ਸੀ ਸਾਗਰ 'ਚ ਹੀ ਅਰਦਾਸ ਕਰ ਲਈ ਗੁਰੂ ਮਹਾਰਾਜ, ਹੁਣ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਡੁੱਬਦੇ ਬੇੜੇ ਨੂੰ ਬੰਨੇ ਲਾ ਦੋ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉੱਥੋਂ ਹੀ ਪ੍ਰਵਾਨ ਕਰ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਗੁਰੂ ਤੇਗ ਬਹਾਦਰ ਸਾਹਿਬ ਹੋਰ ਵੀ ਬਚਨ ਕਰਦੇ ਐ, ਉਹਨਾਂ ਨੇ ਜ਼ਿਕਰ ਕੀਤਾ ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ। ਜਿਵੇਂ ਹਿੰਦੂ ਵੀਰਾਂ ਦਾ ਇਤਿਹਾਸ ਹੈ ਨਾ ਵੀ ਹਾਥੀ ਤੇ ਤੰਦੂਏ ਦੀ ਆਪਸ ਵਿੱਚ ਲੜਾਈ ਹੁੰਦੀ ਸੀ, ਤੰਦੂਏ ਨੇ ਹਾਥੀ ਨੂੰ ਕਾਬੂ ਕਰ ਲਿਆ ਤੇ ਡੁੱਬਦਾ ਸੀ, ਪਾਣੀ ਦੇ ਉੱਤੇ ਫੁੱਲ ਤੁਰਿਆ ਆਉਂਦਾ ਸੀ, ਹਾਥੀ ਨੇ ਉਹ ਫੁੱਲ ਚੁੱਕਿਆ ਸੁੰਡ ਦੇ ਨਾਲ, ਉੱਥੇ ਹੀ ਯਾਦ ਕਰ ਲਿਆ ਵੀ ਹੇ ਭਗਵਾਨ ਜੇ ਮੈਂ ਬਚ ਜਾ ਆ ਫੁੱਲ ਤੈਨੂੰ ਭੇਟਾ ਕਰਾਂ। ਤੇ ਉੱਥੇ ਹੀ ਪੁਕਾਰ ਸੁਣੀ ਗਈ, ਤੰਦੂਏ ਦੇ ਤੰਦ ਕੱਟ ਕੇ ਹਾਥੀ ਨੂੰ ਪਰਮੇਸ਼ਰ ਨੇ ਬਚਾਇਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਜ ਕੋ ਤਰਾਸ ਮਿਟਿਓ ਜਿਹੇ ਸਿਮਰਤ। ਕਹਿੰਦੇ ਜੇ ਉਹਦੀ ਅਰਦਾਸ ਸੁਣੀ ਜਾ ਸਕਦੀ ਹੈ ਬੰਦਿਆ, ਤੈਨੂੰ ਤਾਂ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੈ, ਕਿਉਂ ਮਾਲਕ ਨੂੰ ਭੁਲਾਈ ਫਿਰਦਾ ਹੈ। ਲਓ ਸਾਰੀ ਸੰਗਤ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਕਰੋ, ਸੱਚੇ ਪਾਤਸ਼ਾਹ ਸਤਿਗੁਰ ਐਸੀ ਕਿਰਪਾ ਕਰ ਦਿਓ, ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ ਕਿਰਪਾ ਕਰ ਦਿਓ, ਮਨ ਚਰਨਾਂ ਨਾਲ ਜੁੜ ਜਾਵੇ। ਸਤਿਗੁਰ ਐਸੀ
ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਚਰਨਾਂ ਨਾਲ ਜੁੜ ਜਾਵੇ ਪਾਪਾਂ ਵੱਲੋਂ ਮੁੜ 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 ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਸਤਿਗੁਰ ਐਸੀ ਕਿਰਪਾ ਕਰ ਦਿਓ ਮਨ ਚਰਨਾਂ ਨਾਲ ਜੁੜ ਜਾਵੇ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਐਸੀ ਮਿਹਰ ਕਰੋ ਮਨ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਵੇ ਤੇ ਜਿੱਥੇ ਅਰਦਾਸ ਕਰਨੀ ਹੈ ਉੱਥੇ ਸੱਚੇ ਪਾਤਸ਼ਾਹ ਦੀ ਵੀ ਜ਼ਰੂਰ ਸੁਣਨੀ ਚਾਹੀਦੀ ਹੈ ਮਹਾਰਾਜ ਕੀ ਕਹਿੰਦੇ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਉਹ ਹੈ ਭਾਈ ਏਕਤਾ ਦਾ ਪਿਆਰ ਦਾ ਸਤਿਕਾਰ ਦਾ ਤੁਸੀਂ ਤਾਂ ਭਾਗਾਂ ਵਾਲੇ ਹੋ ਕਿਹੜੀ ਅਫਗਾਨਾ ਨਗਰ ਦੇ ਵਾਸੀ ਕਿਉਂਕਿ ਇੱਥੇ ਨਗਰ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨ ਪਏ ਹੋਏ ਕੀ ਪਤਾ ਹੈ ਜਿੱਥੇ ਜਿੱਥੇ ਤੁਹਾਡੇ ਘਰ ਨੇ ਉੱਥੇ ਵੀ 2 ਮਿੰਟ ਰੁਕੇ ਹੋਣ ਗੁਰਮੁਖ ਕਿਉਂਕਿ ਪਤਾ ਲੱਗਿਆ ਵੀ 3 ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਇਸ ਜਗ੍ਹਾ ਤੇ ਆਏ ਇਧਰੋਂ ਅਚਲ ਬਟਾਲਾ ਹੁੰਦੇ ਹੋਏ ਕਿਉਂਕਿ ਸਤਿਗੁਰੂ ਨਾਨਕ ਦੇ ਮਹਾਰਾਜ ਵਿਆਹੇ ਹੋਏ ਸਨ ਉੱਥੇ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਸੀ ਮੇਲਾ ਜਿਣ ਸਿਵਰਾਤ ਦਾ ਬਾਬਾ ਚੱਲ ਬਟਾਲੇ ਜਾਈ ਗੁਰਮੁਖ ਬਟਾਲੇ ਗੁਰੂ ਨਾਨਕ ਸਾਹਿਬ ਨੇ ਬਹੁਤ ਖੇਡਾਂ ਵਰਤਾਈਆਂ ਪੂਜਣਯੋਗ ਸਥਾਨ ਬਣਾਤਾ ਸ਼ਿਵਰਾਤਰੀ ਦਾ ਮੇਲਾ ਲੱਗਦਾ ਹੁੰਦਾ ਸੀ ਨਾਥ ਜੋਗੀ ਰਿਸ਼ੀ ਮੁਨੀ ਕਰਾਮਾਤਾਂ ਰੱਖਦੇ ਸਨ ਤੇ ਉਹਦੇ ਕਰਕੇ ਸੰਸਾਰ ਤੋਂ ਆਪਣੀ ਪੂਜਾ ਕਰਵਾਉਂਦੇ ਸੀ ਪਰ ਸਤਿਗੁਰ ਜੀ ਨੇ ਸਾਨੂੰ ਕਿਹਾ ਭਾਈ ਠੀਕ ਹੈ ਜੇ ਤੈਨੂੰ ਕੋਈ ਗਿਆਨ ਦਿੰਦਾ ਹੈ ਤੇਰਾ ਏਕਤਾ ਕਰਵਾਉਂਦਾ ਤੇਰੇ ਘਰ ਵਿੱਚ ਫੁੱਟ ਪਈ ਹੋਈ ਨੂੰ ਦੂਰ ਕਰਦਾ ਉਹਦਾ ਸਤਿਕਾਰ ਤਾਂ ਕਰ ਜ਼ਰੂਰ ਪਰ ਪਰਮੇਸ਼ਰ ਦੇ ਲੜ ਲੱਗੀ ਕਿਉਂਕਿ ਇਨਸਾਨ ਹੈ ਭਗਵਾਨ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸੰਸਾਰ ਵਿੱਚ ਹੋਇਆ ਕਿ ਦੁਨੀਆ ਕਿਰਤ ਨਾਲ ਜੁੜ ਗਈ ਕਰਤੇ ਨੂੰ ਭੁੱਲ ਗਈ ਗੁਰੂ ਸਾਨੂੰ ਮਾਲਕ ਨੇ ਕਰਤੇ ਨਾਲ ਜੋੜਿਆ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਹੈ ਤੇ ਜਿਹੜੇ ਫਿਰ ਕੁਛ ਉਹ ਵੀ ਸੀ ਥੋੜੀ ਬਹੁਤੀ ਮਾਲਕ ਦੀ ਭਗਤੀ ਕਰਕੇ ਸ਼ਕਤੀ ਪ੍ਰਾਪਤ ਕਰਕੇ ਦੁਨੀਆ ਨੂੰ ਭਰਮਾ ਕੇ ਆਪਣੀ ਪੂਜਾ ਕਰਵਾਉਂਦੇ ਸੀ ਉਹੇ ਜਿਹਾਂ ਦੀ ਮਹਾਰਾਜ ਨੇ ਹਉਮੈ ਵੀ ਕੱਢੀ ਗੁਰੂ ਇੱਕ ਮਹਾਂਪੁਰਖ ਐਸੇ ਸੀ ਜਿਹੜੇ ਕਹਿੰਦੇ ਮੈਂ ਬਹੁਤ ਗਿਆਨ ਰੱਖਦਾ ਮੈਂ ਦੁਨੀਆ ਦਾ ਭਵਿੱਖ ਦੱਸਦਾ ਮੈਨੂੰ ਤਰਲੋਕੀ ਦਾ ਗਿਆਨ ਹੈ ਨੇਤਰ ਬੰਦ ਕਰਕੇ ਬੈਠੇ ਸੀ ਤੇ ਗੁਰੂ ਨਾਨਕ ਸਾਹਿਬ ਜਦੋਂ ਗਏ ਆਪਣੇ ਸੇਵਕ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਾ ਜੀ ਇਹ ਸੰਤ ਜੀ ਦੇ ਅੱਗੇ ਜਿਹੜਾ ਲੋਟਾ ਪਿਆ ਇਹਨੂੰ ਚੱਕ ਕੇ ਨਾ ਪਿਛਲੇ ਪਾਸੇ ਧਰ ਦਿਓ ਉਹਨਾਂ ਨੇ ਰੱਖ ਦਿੱਤਾ ਗੁਰਮੁਖੋ ਨੇਤਰ ਬੰਦ ਸਨ ਕਾਫੀ ਸਮਾਂ ਤਾਂ ਟਿਕੇ ਰਹੇ ਬਾਅਦ ਵਿੱਚ ਨੇਤਰ ਖੋਲ ਕੇ ਕਹਿੰਦੇ ਆਓ ਜੀ ਨੇ ਜੋ ਮੰਗਣਾ ਮੰਗੋ ਤੁਹਾਨੂੰ ਦੱਸਾਂ ਤੁਹਾਡੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਐ ਬਚਨ ਕਰਦੇ ਕਰਦੇ ਨਿਗਾਹ ਪੈ ਗਈ ਲੋਟੇ ਵੱਲ ਕਿਉਂਕਿ ਲੋਟੇ ਵਿੱਚ ਦੁਨੀਆ ਮਾਇਆ ਅਰਦਾਸ ਕਰਾ ਰਹੀ ਸੀ ਭੇਟਾ ਧਰਦੀ ਸੀ ਤੇ ਜਦੋਂ ਦੇਖਿਆ ਵੀ ਲੋਟਾ ਹੈ ਨਹੀਂ ਫਿਰ ਇੱਧਰ ਉੱਧਰ ਦੇਖਣਾ ਪੁੱਛ ਲਿਆ ਵੀ ਮੇਰਾ ਲੋਟਾ ਕਿੱਧਰ ਗਿਆ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਬੈਠੇ ਹੱਸ ਪਏ
ਕਹਿੰਦੇ ਸੰਤ ਜੀ ਤੁਸੀਂ ਤਾਂ ਕਹਿੰਦੇ ਸੀ ਮੈਨੂੰ ਸਭ ਕੁਝ ਪਤਾ ਹੈ, ਹੁਣ ਆਪਣੇ ਲੋਟੇ ਬਾਰੇ ਸਾਨੂੰ ਕਾਹਤੋਂ ਪੁੱਛਦੇ ਹੋ, ਆਪ ਹੀ ਪਤਾ ਕਰ ਲਓ ਹੈ ਕਿੱਥੇ। ਬੜਾ ਗੁੱਸੇ 'ਚ ਹੋਇਆ ਗੁਰੂ। ਦੇਖੋ ਭਗਤੀ ਕਰਨੀ ਮਾੜੀ ਨਹੀਂ ਹੈ, ਕਿਸੇ ਵੀ ਧਰਮ ਦਾ ਕੋਈ ਵੀ, ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜੇ ਆ ਔਗਣ ਵਿੱਚ ਪੈਦਾ ਹੋ ਜਾਂਦੇ ਆ ਉਹਨਾਂ ਕਰਕੇ ਦੁੱਖ ਹੁੰਦਾ ਹੈ, ਕਿਸੇ 'ਚ ਵੀ ਹੋ ਸਕਦੇ ਆ। ਔਗਣ ਕੀ ਹੈ? ਸਾਡੀ ਥੋੜੀ ਬਹੁਤੀ ਪੂਜਾ ਪ੍ਰਤਿਸ਼ਠਾ ਹੋ ਗਈ, ਚਾਰ ਭੈਣ ਭਾਈਆਂ 'ਚ ਮਾਣ ਵੱਧ ਗਿਆ, ਤੇ ਉਦੋਂ ਗੁਰਮੁਖ ਪਿਆਰਿਓ ਫਿਰ ਨਾਲ ਨਾਲ ਹਉਮੈ ਵੀ ਕਈਆਂ ਨੂੰ ਪੈਦਾ ਹੋ ਜਾਂਦੇ ਨੇ। ਸਤਿਗੁਰ ਕਹਿੰਦੇ ਜੋ ਮਿਲਿਆ ਉਹਦਾ ਸ਼ੁਕਰ ਕਰ, ਤੇ ਜੋ ਨਹੀਂ ਮਿਲਿਆ ਉਹਦਾ ਰੱਬ ਨੂੰ ਉਲਾਂਭਾ ਨਾ ਦਿਆ ਕਰ। ਐਵੇਂ ਮਾੜੀ ਮਾੜੀ ਗੱਲ ਤੇ ਗੁੱਸਾ ਨਾ ਕਰਿਆ ਕਰ। ਹੁਣ ਇਹ ਫਕੀਰ ਹੋ ਗਿਆ ਗੁੱਸੇ, ਮੇਰਾ ਲੋਟਾ ਕਿੱਧਰ ਗਿਆ, ਬੜਾ ਅੱਗ ਬਬੂਲਾ ਗੁੱਸੇ ਵਿੱਚ। ਗੁਰੂ ਨਾਨਕ ਸਾਹਿਬ ਕਹਿੰਦੇ ਸੰਤ ਜੀ ਸ਼ਾਂਤ ਰਹੋ, ਕਿਤੇ ਨਹੀਂ ਗਿਆ ਲੋਟਾ ਤੁਹਾਡਾ, ਤੁਹਾਡੇ ਮੰਗਰੀ ਪਿਆ, ਅਸੀਂ ਉਹੀ ਚੱਕ ਕੇ ਰੱਖਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਇਹ ਦੁਨੀਆ ਨੂੰ ਭਰਮਾ ਰਹੇ ਹੋ ਨਾ, ਮੈਨੂੰ ਬਹੁਤ ਕੁਝ ਪਤਾ ਹੈ, ਮੈਨੂੰ ਤਰਲੋਕੀ ਦਾ ਗਿਆਨ ਹੈ। ਕਹਿੰਦੇ ਇਹ ਗੱਲਾਂ ਛੱਡੋ, ਮਾਲਕ ਦੀ ਭਗਤੀ ਆਪ ਵੀ ਕਰੋ ਤੇ ਹੋਰਨਾਂ ਨੂੰ ਵੀ ਮਾਲਕ ਨਾਲ ਜੋੜੋ। ਤਰ੍ਹਾਂ ਕਈ ਖੇਡਾਂ ਵਰਤਾਈਆਂ ਮਹਾਰਾਜ ਨੇ, ਪਰ ਜੋ ਮੈਂ ਬੇਨਤੀ ਕਰਨੀ ਚਾਹੁੰਦਾ, ਉਥੋਂ ਸਤਿਗੁਰੂ ਬਟਾਲੇ ਤੋਂ ਹੁੰਦੇ ਹੋਏ, ਚੱਲ ਤੋਂ ਹੁੰਦੇ ਹੋਏ ਇੱਥੇ ਕਿਹੜੀ ਅਫਗਾਨਾ ਨਗਰ ਵਿੱਚ ਆਏ। ਦੌਲੇ ਸ਼ਾਹ ਫਕੀਰ ਹੋਏ ਨੇ, ਬਹੁਤ ਕਰਨੀ ਵਾਲੇ ਗੁਰੂ। ਉਹਨਾਂ ਦੇ ਨਾਲ ਗੋਸ਼ਟ ਹੋਈ, ਬਚਨ ਵਿਲਾਸ ਹੋਏ। ਇਹ ਦੌਲੇ ਸ਼ਾਹ ਫਕੀਰ ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਰਹੇ ਨੇ ਗੁਰੂ। ਉਹਨਾਂ ਨਾਲ ਵੀ ਬਚਨ ਵਿਲਾਸ ਹੋਏ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜੰਗਾਂ ਯੁੱਧਾਂ ਵਿੱਚ ਵੀ ਦੌਲੇ ਸ਼ਾਹ ਫਕੀਰ ਨੇ ਗੁਰਮੁਖੋ ਗੁਰੂ ਜੀ ਦੀ ਮਦਦ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਧਰ ਭੀਖਮ ਸ਼ਾਹ ਫਕੀਰ ਕਢਾਮ ਪਿੰਡ ਵਾਲਾ, ਜਿਹਨੂੰ ਉਸੇ ਨੂੰ ਹੀ ਆਮ ਭਗਤ ਭੀਖਾ ਵੀ ਕਹਿੰਦੇ ਸੀ, ਤੇ ਦੌਲੇ ਸ਼ਾਹ ਫਕੀਰ ਇਹ ਮਹਾਂਪੁਰਸ਼ ਬਹੁਤ ਕਰਨੀ ਵਾਲੇ ਹੋਏ ਨੇ। ਤੇ ਇਸ ਇਲਾਕੇ ਵਿੱਚ ਜ਼ਿਆਦਾਤਰ ਪਹਿਲਾਂ ਮੁਸਲਮਾਨ ਹੀ ਵਸਦੇ ਹੁੰਦੇ ਸੀ ਗੁਰੂ। ਤੇ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਚਰਨ ਪਾਤੇ, ਦੇਸ਼ ਦੀ ਵੰਡ ਹੋਈ, ਤੇ ਉਦੋਂ ਗੁਰਮੁਖ ਪਿਆਰਿਓ ਤੁਹਾਨੂੰ ਪਤਾ ਫਿਰ ਕੁਛ ਜ਼ਿਆਦਾਤਰ ਮੁਸਲਮਾਨ ਪਾਕਿਸਤਾਨ ਵੱਲ ਚਲੇ ਗਏ। ਇੱਧਰ ਫਿਰ ਬਾਅਦ ਵਿੱਚ ਹੌਲੀ ਹੌਲੀ ਵਸੋਂ ਹੋਰ ਵੱਧਦੀ ਗਈ ਗੁਰੂ। ਤੇ ਸਾਡੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਗਏ ਉੱਥੇ ਹੀ ਨਾਮ ਦਾ ਸਿੱਟਾ ਦਿੱਤਾ ਹੈ। ਬੇਨਤੀ ਜਿਹੜੀ ਕਰ ਰਹੇ ਆ ਉਹਨੂੰ ਸਮਝਿਓ, ਸਭ ਤੋਂ ਵੱਡਾ ਧਰਮ ਹੈ ਸਾਡਾ ਇਨਸਾਨੀਅਤ। ਆ ਨੇੜੇ ਹੀ ਹਰਗੋਬਿੰਦਪੁਰ ਨਗਰ ਹੈ, ਸ੍ਰੀ ਹਰਗੋਬਿੰਦਪੁਰ ਸਾਹਿਬ। ਇੱਥੇ ਜਦੋਂ ਜਾਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਯੁੱਧ ਲੜਿਆ ਸੀ ਗੁਰੂ। ਫੌਜ ਥੋੜੀ ਸੀ ਗੁਰੂ ਜੀ ਦੇ ਕੋਲ, ਮੁਗਲ ਫੌਜ ਜ਼ਿਆਦਾ ਸੀ, ਪਰ ਫਿਰ ਵੀ ਰੱਬ ਦਾ ਭਰੋਸਾ ਤੱਕ ਕੇ ਯੁੱਧ ਲੜਿਆ ਤੇ ਮਹਾਰਾਜ ਜਿੱਤੇ। ਤੇ ਇੱਥੇ ਗੁਰੂ ਸਾਹਿਬ ਨੇ ਇੱਕ ਮਸੀਤ ਵੀ ਬਣਵਾਈ ਗੁਰੂ। ਮੈਂ ਗੱਲ ਗੁਰੂ ਦੇ ਅਸੂਲ ਦੀ ਕਰ ਰਿਹਾ। ਹੁਣ ਤਾਂ ਆਪਾਂ ਬਹਿ ਗਏ ਨਾ ਵੰਡੀਆਂ ਪਾ ਕੇ, ਆਪਣੇ ਆਪ ਦੀ ਸੋਭਾ ਚਲੋ ਕਰੋ ਜਿੰਨੀ ਹੋ ਸਕਦੀ ਹੈ, ਪਰ ਨਾਲ ਜਿਹੜੀ ਦੂਜਿਆਂ ਦੀ ਨਿੰਦਿਆ ਕਰਦੇ ਆ ਇਹ ਗਲਤ ਹੈ ਗੁਰੂ। ਸਾਰੇ ਮਾੜੇ ਨਹੀਂ ਹੁੰਦੇ। ਸਾਡੇ ਗੁਰੂ ਸਾਹਿਬ ਦਾ ਸਿਧਾਂਤ ਇਦਾਂ ਦਾ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਮਸੀਤ ਬਣਵਾਈ ਆਪ ਗੁਰੂ। ਕਾਫੀ ਸਮਾਂ ਮੁਸਲਮਾਨ ਨਮਾਜ਼ਾਂ ਪੜ੍ਹਦੇ ਰਹੇ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਨਿਹੰਗ ਸਿੰਘ ਜਥੇਬੰਦੀਆਂ ਨੇ, ਬਾਬਾ ਕੀਰਤਨੀ ਸਿੰਘ ਜੀ ਵਰਗੇ ਉੱਥੇ ਸੇਵਾ ਨਿਭਾਉਂਦੇ ਰਹੇ। ਬਾਅਦ ਵਿੱਚ ਫਿਰ ਸਮਝੌਤਾ ਹੋਇਆ ਤੇ ਮੁਸਲਮਾਨ ਵੀ ਆ ਕੇ ਉਸੇ ਮਸੀਤ ਵਿੱਚ ਨਮਾਜ਼ ਪੜ੍ਹਦੇ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਧਰਮਾਂ ਵਿੱਚ ਵਿਤਕਰਾ ਜਾਂ ਫੁੱਟ ਸਮਝੀ ਜਾਂਦੀ, ਫਿਰ ਗੁਰੂ ਸਾਹਿਬ ਮਸੀਤ ਕਿਉਂ ਬਣਵਾਉਂਦੇ ਗੁਰੂ? ਉਹਨਾਂ ਨੇ ਤਾਂ ਸਾਰਿਆਂ ਨੂੰ ਪਰੋਇਆ, ਇਕੱਠੇ ਕੀਤਾ। ਆਪਣਾ ਵੀ ਫਰਜ਼ ਬਣਦਾ ਹੈ ਰਲ ਕੇ ਰਹੀਏ ਭਾਈ। ਗੁਰੂ ਸਾਹਿਬ ਦੇ ਆਸੇ ਅਨੁਸਾਰ ਚੱਲਾਂਗੇ ਤਾਂ ਹੋ ਜੂ ਭਲਾ। ਤੇ ਜੇ ਗੁਰੂ ਸਾਹਿਬ ਸਾਡੇ ਅੱਗੇ ਲੱਗੇ ਨੇ, ਆਪਾਂ ਉਹਨਾਂ ਦੇ ਬਚਨ ਨਹੀਂ ਮੰਨਾਂਗੇ, ਇਕੱਲੇ ਸੰਸਾਰੀ ਧੰਦਿਆਂ 'ਚ ਰਹਿ ਗਏ, ਫਿਰ ਗੁਰਮੁਖੋ ਭਲਾ ਨਹੀਂ ਹੋਣਾ, ਡੁੱਬਾਂਗੇ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖੇ ਵੀ ਨੇ। ਪਾਵਨ ਬਾਣੀ ਜਦੋਂ ਗੁਰੂ ਸਾਹਿਬ ਦੀ ਪੜ੍ਹਦੇ ਆ ਨਾ, ਧੰਨ ਗੁਰੂ ਨਾਨਕ ਦੇ ਮਹਾਰਾਜ ਪਾਵਨ ਬਾਣੀ ਵਿੱਚ ਕਹਿੰਦੇ ਨੇ, ਮਹੱਲਾ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਤੁਸੀਂ ਇਹ ਪੜ੍ਹਨਾ ਹੋਵੇ ਬਚਨ 137 ਅੰਗ ਦੇ ਉੱਪਰ ਲਿਖਿਆ ਹੋਇਆ ਗੁਰੂ। ਉਹ ਸਾਨੂੰ ਸਮਝਾਉਂਦੇ ਨੇ
ਜਿਹੜਾ ਆਪਾਂ ਮਾਣ ਕਰੀ ਫਿਰਦੇ ਆ ਨਾ, ਮੈਂ ਆ ਕਰਦਾ, ਮੈਂ ਆ ਕਰਦਾ, ਸਤਿਗੁਰ ਕਹਿੰਦੇ ਮਾਣ ਨਾ ਕਰਿਆ ਕਰ। ਇਹ ਦਾਤੇ ਦੀ ਰਚਨਾ ਰਚੀ ਹੋਈ ਹੈ, ਉਹਦੇ ਮੁਤਾਬਕ ਹੀ ਚੱਲਣਾ ਪੈਣਾ। ਪਰ ਅਸਲ ਵਿੱਚ ਹੁੰਦਾ ਕੀ ਹੈ, ਕਿਸੇ ਕਿਸੇ ਨੂੰ ਯਾਦ ਰਹਿੰਦਾ ਵੀ ਅਸੀਂ ਸੇਵਾ ਸਿਮਰਨ ਵਾਸਤੇ ਆਏ ਆ, ਨਹੀਂ ਤਾਂ ਸੰਸਾਰੀ ਮੋਹ ਮਾਇਆ ਵਿੱਚ ਫਸ ਕੇ ਜ਼ਿੰਦਗੀ ਲੰਘ ਜਾਂਦੀ ਹੈ। ਲਓ ਬੰਦੇ ਦੀ ਜ਼ਿੰਦਗੀ ਬਾਰੇ ਮਹਾਰਾਜ ਲਿਖਦੇ ਨੇ, ਕਹਿੰਦੇ ਪਹਿਲਾ ਪਿਆਰ ਲੱਗਾ ਥਣ ਦੁੱਧ। ਜਦੋਂ ਜਨਮ ਹੁੰਦਾ ਹੈ ਸਭ ਤੋਂ ਪਹਿਲਾਂ ਬੱਚੇ ਦਾ ਮੋਹ ਕਿਹਦੇ ਨਾਲ ਪੈਂਦਾ? ਮਾਤਾ ਜੀ ਦੇ ਦੁੱਧ ਨਾਲ ਗੁਰੂ। ਹੋਰ ਉਹਨੂੰ ਕੋਈ ਮਤਲਬ ਨਹੀਂ ਹੁੰਦਾ, ਕਦੇ ਰੋਂਦਾ ਕਦੇ ਹੱਸਦਾ ਹੈ, ਬਸ ਦੁੱਧ ਮਿਲ ਗਿਆ ਤੇ ਖੁਸ਼ ਗੁਰੂ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸ਼ੁੱਧ। ਜਦੋਂ ਥੋੜੀ ਜੀ ਹੋਰ ਸੁਰਤ ਸੰਭਲਦੀ ਹੈ ਫਿਰ ਉਹਨੂੰ ਆਪਣੇ ਮਾਤਾ ਪਿਤਾ ਦਾ ਗਿਆਨ ਹੁੰਦਾ ਵੀ ਆ ਮੇਰੀ ਮਾਂ ਹੈ, ਆ ਮੇਰਾ ਬਾਪ ਹੈ, ਉਧਰ ਮੋਹ ਪੈ ਜਾਂਦਾ ਹੈ। ਤੀਜਾ ਭਈਆ ਭਾਬੀ ਬੇਬ, ਤੀਜੀ ਸਟੇਜ ਜਦੋਂ ਆਉਂਦੀ ਹੈ ਉਦੋਂ ਕਹਿੰਦੇ ਪਤਾ ਲੱਗਦਾ ਆ ਮੇਰਾ ਭਰਾ ਹੈ, ਆ ਮੇਰੀ ਭਰਜਾਈ, ਆ ਮੇਰੀ ਭੈਣ ਹੈ, ਉਹਨਾਂ ਦੀ ਸਿਆਣ ਕਰਨ ਲੱਗ ਜਾਂਦਾ ਮਨੁੱਖ। ਚੌਥਾ ਪਿਆਰ ਉਹ ਪੰਨੀ ਖੇਡ। ਚੌਥੀ ਸਟੇਜ ਜਦੋਂ ਆਉਂਦੀ ਹੈ ਫਿਰ ਕਹਿੰਦੇ ਖੇਡਣਾ ਵਿੱਚ ਮਨ ਲੱਗ ਜਾਂਦਾ ਹੈ, ਖੇਡਦਿਆਂ ਕੁਝ ਸਮਾਂ ਬਤੀਤ ਹੋ ਜਾਂਦਾ ਹੈ। ਚੌਥਾ ਪਿਆਰ ਉਹ ਪੰਨੀ ਖੇਡ। ਪੰਜਵਾਂ ਖਾਣ ਪੀਣ ਕੀ ਧਾਤ। ਪੰਜਵੀਂ ਸਟੇਜ ਜਦੋਂ ਆਉਂਦੀ ਹੈ ਉਦੋਂ ਫਿਰ ਖਾਣ ਪੀਣ ਵਿੱਚ ਵੀ ਮਨ ਲੱਗਦਾ, ਆ ਵੀ ਖਾ ਲਾਂ, ਆ ਵੀ ਖਾ ਲਵਾਂ। ਫਿਰ ਆਉਂਦਾ ਜਵਾਨੀ ਪਹਿਰਾ। ਛੇਵਾਂ ਕਾਮ ਨਾ ਪੁੱਛਿਆ ਜਾਤ। ਕਹਿੰਦੇ ਛੇਵੀਂ ਸਟੇਜ ਜਦੋਂ ਆਉਂਦੀ ਹੈ ਜਵਾਨੀ ਪਹਿਰਾ, ਫਿਰ ਉਦੋਂ ਕਾਮ ਵਾਸਨਾ ਦੇ ਅਧੀਨ ਹੁੰਦਾ ਹੈ, ਜਵਾਨੀ ਉਛਾਲਾ ਮਾਰਦੀ ਆ, ਫਿਰ ਦੂਜੇ ਦੀ ਤਾਂ ਜਾਤ ਹੀ ਨਹੀਂ ਪੁੱਛਦਾ ਇਨਸਾਨ, ਵੀ ਜੋ ਹਾਂ ਮੈਂ ਹੀ ਹਾਂ ਬਸ। ਇੱਕ ਮਹਾਂਪੁਰਸ਼ਾਂ ਦੇ ਹੋਰ ਵੀ ਬਚਨ ਮੈਨੂੰ ਯਾਦ ਆ ਗਏ। ਉਹ ਕਹਿੰਦੇ ਜਦੋਂ ਵਰੇ ਹੋਏ 10 ਕਦੀ ਰੋ ਕਦੀ ਹੱਸ। 10 ਕੁ ਵਰਿਆਂ ਤੱਕ ਉਮਰ ਐਂ ਲੰਘ ਜਾਂਦੀ ਹੈ, ਕਦੇ ਰੋ ਲੇ ਕਦੇ ਹੱਸ ਲੇ। ਜਦੋਂ ਵਰੇ ਹੋਏ 20 ਚੜਿਆ ਜੋਬਨ ਸਿੱਕੀ, 20ਵੇਂ ਸਾਲ ਤੱਕ ਜਾਂਦਿਆਂ ਜਵਾਨੀ ਆ ਜਾਂਦੀ ਹੈ। ਬੰਦਾ ਕਹਿੰਦਾ ਜੋ ਹਾਂ ਮੈਂ ਹੀ ਹਾਂ ਬਸ, ਜਿਵੇਂ ਅੱਜ ਹੁੰਦਾ ਹੀ ਆ ਆਪਣੇ ਨਾਲ। ਘਰ 'ਚ ਬਜ਼ੁਰਗ ਮਾਂ-ਬਾਪ ਬੈਠੇ ਹੈ, ਕਿਸੇ ਘਰ ਵਿੱਚ ਤਾਂ ਉਹਨਾਂ ਦਾ ਸਤਿਕਾਰ ਹੈ ਤੇ ਬਹੁਤੇ ਉਹ ਨੇ ਬੱਚੇ ਪੜ੍ਹ ਲਿਖ ਕੇ ਕਹਿਣਗੇ ਤੁਹਾਨੂੰ ਕੀ ਪਤਾ, ਬਹਿ ਜੋ ਟਿੱਕੇ, ਦੁਨੀਆ ਕਿੱਥੇ ਪਹੁੰਚ ਗਈ, ਭੁੱਲ ਗਏ ਸਤਿਕਾਰ ਗੁਰਮੁਖ। ਤੇ ਮਹਾਰਾਜ ਕਹਿੰਦੇ ਛੇਵਾਂ ਕਾਮ ਨਾ ਪੁੱਛਿਆ ਜਾਤ। ਬੰਦਾ ਜਾਤ ਨਹੀਂ ਪੁੱਛਦਾ। ਜਦੋਂ ਵਰੇ ਹੋਏ 20 ਚੜਿਆ ਜੋਬਨ ਸਿੱਕੀ, ਜਦੋਂ ਵਰੇ ਹੋਏ 30 ਹੋ ਗਏ 2-4 ਜੀ, 30 ਸਾਲ ਤੱਕ ਜਾਂਦਿਆਂ ਫਿਰ ਵਿਆਹ ਸ਼ਾਦੀ ਅਕਸਰ ਹੀ ਬੱਚਿਆਂ ਦਾ ਆਪਾਂ ਕਰ ਦਿੰਦੇ ਆ। 2-4 ਬਾਲ ਬੱਚੇ ਹੋ ਜਾਂਦੇ ਆ, ਫਿਰ ਪਤਾ ਲੱਗਦਾ ਹੈ ਵੀ ਬਾਪੂ ਬਾਪੂ ਕਹਿੰਦੇ ਸੀ, ਬੜੇ ਸੁਖਾਲੇ ਰਹਿੰਦੇ ਸੀ, ਜਦ ਦਾ ਬਾਪੂ ਅਖਵਾਇਆ ਏ ਸਾਨੂੰ ਸੁੱਖ ਦਾ ਸਾਹ ਨਾ ਆਇਆ। ਜਦੋਂ ਆਪਣੇ ਸਿਰ ਕੋਈ ਵੀ ਜ਼ਿੰਮੇਵਾਰੀ ਪੈਂਦੀ ਹੈ ਨਾ ਫਿਰ ਪਤਾ ਲੱਗਦਾ ਗੁਰੂ। ਤੇ ਮਹਾਰਾਜ ਵੀ ਲਿਖਦੇ ਨੇ ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਘਰ ਵਾਸ। ਉਹ ਧਨ ਦੌਲਤ ਫਿਰ ਇਕੱਠੀ ਕਰਦਾ ਹੈ, ਆਪਣਾ ਘਰ ਬਣਾਉਂਦਾ, ਬਾਲ ਬੱਚਿਆਂ ਨੂੰ ਪਾਲਦਾ ਹੈ। ਇੰਨੇ ਕੁ ਨੂੰ ਉਮਰ ਹੋ ਜਾਂਦੀ ਹੈ 40 ਕੁ ਸਾਲ। ਗੁਰੂ ਮਹਾਰਾਜ ਕਹਿੰਦੇ 40 ਸੀ ਪੁਰ ਹੋਏ। ਜਿਹੜਾ ਆਪਾਂ ਕਹਿੰਦੇ ਆ ਨਾ ਬੰਦਾ ਪੂਰਾ ਹੋ ਗਿਆ, ਕਈ ਤਾਂ ਜਦੋਂ ਮੌਤ ਹੋ ਜੇ ਉਦੋਂ ਕਹਿਣਗੇ ਪੂਰਾ ਹੋ ਗਿਆ। ਅਸਲ ਵਿੱਚ ਪੂਰਾ ਤਾਂ ਉਹ ਹੈ ਜਿਹਨੇ ਪੂਰੇ ਪ੍ਰਭੂ ਨੂੰ ਅਰਾਧਿਆ ਹੋਵੇ ਗੁਰੂ। ਜਿਹੜਾ ਪੂਰੇ ਮਾਲਕ ਨੂੰ ਨਹੀਂ ਅਰਾਧਦਾ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜਿਹੜਾ ਇਹ ਕੰਮ ਨਹੀਂ ਕਰਦਾ ਸਮਝ ਲਓ ਅਧੂਰਾ ਹੀ ਜੰਮਿਆ ਤੇ ਅਧੂਰਾ ਹੀ ਮਰ ਜਾਂਦਾ ਗੁਰੂ। ਪਰ ਜੇ ਸੰਸਾਰ ਦੀ ਨਜ਼ਰ ਵਿੱਚ ਦੇਖੀਏ 40 ਸਾਲ ਤੱਕ ਮਹਾਰਾਜ ਨੇ ਸਾਨੂੰ ਪੂਰੇ ਮੰਨਿਆ, ਉਦੋਂ ਤੱਕ ਤਾਕਤ ਵੱਧਦੀ ਹੈ। 40 ਸਾਲ ਤੋਂ ਬਾਅਦ ਜੋ ਮਰਜੀ ਖਾ ਪੀ ਲਓ, ਮੋਟਾਪਾ ਤਾਂ ਹੋ ਸਕਦਾ ਪਰ ਤਾਕਤ ਨਹੀਂ ਵੱਧਦੀ। ਫਿਰ ਸਾਡੇ ਸਰੀਰ ਦਾ, ਇੰਦਰੀਆਂ ਦਾ ਜਿਹੜਾ ਬਲ ਹੈ ਇਹ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਥੇ ਵੀ ਸਤਿਗੁਰ ਕਹਿੰਦੇ 8ਵੇਂ ਕ੍ਰੋਧ ਹੋਆ ਤਨ ਨਾਸ। 8ਵੀਂ ਸਟੇਜ ਜਦੋਂ ਆਉਣੀ ਹੈ 40-45 ਸਾਲ ਦਾ ਹੋ ਜਾਏਗਾ, ਫਿਰ ਤੇਰਾ ਜਿਹੜਾ ਉਹ ਜਵਾਨੀ ਵਾਲਾ ਮਾਨ ਸੀ ਉਹ ਘਟ ਜੂਗਾ ਭਾਈ, ਫਿਰ ਨਹੀਂ ਕਿਸੇ ਨੇ ਪੁੱਛਣਾ। 40 ਸੀ ਪੁਰ ਹੋਏ 85 ਪੱਗ ਖਿੱਸਾ, 60 ਕੇ ਬੁਢੇਪਾ ਆਵੇ। 40 ਸਾਲ ਦਾ ਪੂਰਾ, 50 ਸਾਲ ਤੋਂ ਤੇਰਾ ਪੈਰ ਜਾ ਖਿਸਕਣਾ ਸ਼ੁਰੂ ਹੋ ਜੂ ਜਵਾਨੀ ਵੱਲਿਓ। 60 ਸਾਲ ਦਾ ਬਸ ਬੁਢੇਪਾ ਸ਼ੁਰੂ। ਜਦੋਂ ਹੋਣਾ 70 ਕੁ ਸਾਲ ਦਾ, ਉਦੋਂ ਤਾਂ ਸਤਿਗੁਰ ਨੇ ਸਾਫ਼ ਕਹਿਤਾ 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ।
ਸਮਾਂ ਹੁੰਦਾ ਹੈ ਭਜਨ ਦਾ ਵੀ, ਬੰਦਗੀ ਦਾ, ਸੇਵਾ ਦਾ ਵੀ ਸਮਾਂ ਹੈ। ਜਵਾਨੀ ਪਹਿਰੇ ਲਿਆ ਕਰੋ ਲਾਹਾ ਭਾਈ ਸੇਵਾ ਦਾ। ਤੇ ਜਦੋਂ 70 ਕੁ ਸਾਲ ਦਾ ਹੋ ਜਾਏਗਾ, ਸੰਸਾਰੀ ਜੀਵਾਂ ਨੇ ਤਾਂ ਫਿਰ ਮੱਤ ਮਾਰੀ ਵਾਲਾ ਹੀ ਦੱਸਣਾ, ਕੋਈ ਰਹਿ ਨਹੀਂ ਲੈਂਦਾ ਬਜ਼ੁਰਗਾਂ ਦੀ ਗੁਰਮੁਖੋ। ਇੱਕ ਗੁਰੂ ਨਾਨਕ ਦਾ ਹੀ ਘਰ ਹੈ, ਇੱਥੇ ਤਾਂ ਸਤਿਗੁਰ ਕਹਿੰਦੇ ਜੇ ਸਿਮਰਨ ਵਿੱਚ, ਸੇਵਾ ਵਿੱਚ ਲੱਗ ਜੇ, ਇਹੀ ਘਰ ਹੈ ਜਿੱਥੇ ਗੁਰਮੁਖ ਬੁੱਢੇ ਕਦੇ ਨਹੀਂ। ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਸੀ ਜਦੋਂ ਗੁਰੂ ਘਰ ਨਾਲ ਜੁੜ ਗਏ ਤੇ ਪੂਜਣ ਯੋਗ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਮਝਾ ਗੁਰੂ ਜੀ ਤਾਂ ਰਹੇ ਨੇ ਵੀ ਜੇ ਕਬੀਲਦਾਰੀ ਦੇ ਧੰਦਿਆਂ 'ਚ ਬਚਪਨ ਲੰਘ ਗਿਆ, ਜਵਾਨੀ ਵੀ ਤੇਰੀ ਲੰਘ ਗਈ, ਬੁਢੇਪਾ ਆ ਗਿਆ, ਅਜੇ ਵੀ ਸਮਾਂ ਸੰਭਾਲ ਲੈ, ਭਜਨ ਬੰਦਗੀ ਵਾਲੇ ਪਾਸੇ ਤੁਰ ਪਾ, ਤੇਰੀ ਕਦਰ ਪੈ ਜੂਗੀ। ਤੇ ਨਹੀਂ ਤਾਂ ਫਿਰ ਹੁੰਦਾ ਕੀ ਹੈ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇ ਧੌਲੇ ਉੱਭੇ ਸਾਹ। 9ਵੀਂ ਸਟੇਜ ਜਦੋਂ ਆਉਂਦੀ ਹੈ, ਕਾਲਿਆਂ ਤੋਂ ਵਾਲ ਜਿਹੜੇ ਨੇ ਸਿਰ ਦੇ, ਦਾੜੇ ਦੇ, ਉਹ ਚਿੱਟੇ ਹੋ ਜਾਂਦੇ ਆ, ਧੌਲੇ ਹੋ ਜਾਂਦੇ ਆ। ਨਾਵੇ ਧੌਲੇ ਉੱਭੇ ਸਾਹ, 10ਵੇਂ ਦੱਦਾ ਹੋਆ ਸਵਾ। 10ਵੀਂ ਸਟੇਜ ਜਦੋਂ ਆਉਂਦੀ ਹੈ ਨਾ, ਬੰਦਾ ਫਿਰ 90 ਕੁ ਸਾਲ ਦਾ ਹੁੰਦਾ ਹੈ। ਉਦੋਂ ਜਦੋਂ ਬਾਣੀ ਲਿਖੀ, ਉਦੋਂ 100 ਕੁ ਸਾਲ ਤੱਕ ਆਮ ਦੁਨੀਆ ਪਹੁੰਚ ਜਾਂਦੀ ਸੀ। ਤੇ ਤੁਹਾਨੂੰ ਪਤਾ ਹੈ ਦਿਨੋਂ ਦਿਨ ਉਮਰ ਘਟਦੀ ਆਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਮਰ ਘਟਦੀ ਆਈ ਹੈ। ਹੁਣ ਤਾਂ 60-70 ਸਾਲ ਤੱਕ ਕੋਈ ਜਾਂਦਾ ਗੁਰਮੁਖ। ਕੁਛ ਤਾਂ ਖਾਦ ਖਰਾਕ ਉਹੇ ਜੇ, ਕੁਛ ਸਾਡਾ ਚਾਲ ਚੱਲਣ ਦਾ ਸਿਸਟਮ ਗੰਧ ਲੱਗਿਆ। ਗੁਰਮੁਖ ਪਿਆਰਿਓ, ਕਿੰਨੀਆਂ ਅਣਾਈਆਂ ਮੌਤਾਂ ਤਾਂ ਐਕਸੀਡੈਂਟ ਕਾਰਨ ਹੀ ਹੋ ਰਹੀਆਂ, ਧਿਆਨ ਨਹੀਂ ਦੇ ਰਹੇ ਅਸੀਂ। ਤੇ ਸਤਿਗੁਰ ਇੱਥੇ ਕਹਿੰਦੇ 10ਵੇਂ ਦੱਦਾ ਹੋਆ ਸਵਾਹ, ਕਹਿੰਦੇ 10ਵੀਂ ਸਟੇਜ ਜਦੋਂ ਆਉਣੀ ਹੈ, ਤੇਰੀ ਹੋ ਜਾਣੀ ਹੈ ਮੌਤ, ਸਰੀਰ ਨੇ ਸੜ ਬਲ ਜਾਣਾ। ਤੇ ਜਿਨ੍ਹਾਂ ਦਾ ਤੂੰ ਮਾਣ ਕਰਦਾ ਫਿਰਦਾ, ਧੀਆਂ ਮੇਰੀਆਂ, ਪੁੱਤਰ ਮੇਰੇ, ਪਤਨੀ ਮੇਰੀ, ਪਤੀ ਮੇਰਾ, ਬਾਪ ਮੇਰਾ, ਮਾਂ ਮੇਰੀ, ਰਿਸ਼ਤੇਦਾਰ ਮੇਰੇ, ਇਹ ਤਾਂ ਕਹਿੰਦੇ ਜਿਉਂਦਿਆਂ ਜਿਉਂਦਿਆਂ ਦੇ ਸੰਗੀ ਹੈ। ਇਹ ਅਸੀਂ ਕੋਲੋਂ ਨਹੀਂ ਕਹਿੰਦੇ, ਆ ਲਿਖਿਆ ਪਿਆ। ਸਤਿਗੁਰ ਕਹਿੰਦੇ 10ਵੇਂ ਦੱਦਾ ਹੋਆ ਸਵਾਹ, ਗਏ ਸੇ ਗੀਤ ਪੁਕਾਰੀ ਤਾਹਾ। ਇਹ ਸੰਗੀਤ ਹੈ ਨਾ ਜਿਹੜਾ, ਇਹਦਾ ਮਤਲਬ ਹੈ ਸੰਗੀ। ਕਹਿੰਦੇ ਜਿਹੜੇ ਤੇਰੇ ਸੰਗੀ ਸਾਥੀ ਸੀ, 2-4 ਦਿਨ ਰੋਣ ਕਰਲਾਉਣਗੇ, ਫੇਰ ਆਪੋ ਆਪਣੇ ਕੰਮ ਲੱਗ ਜਾਣੇ ਆ। ਥੋੜੇ ਟਾਈਮ ਹੀ ਧਾਹਾਂ ਮਾਰਦੇ ਆ। ਗਏ ਸੇ ਗੀਤ ਪੁਕਾਰੀ ਤਾਹਾ, ਉਹ ਜਿਹੜੇ ਧਾਹਾਂ ਮਾਰਨ ਵਾਲੇ ਸੀ, ਉਹਨਾਂ ਨੇ ਵੀ ਹੌਲੀ ਹੌਲੀ ਤੈਨੂੰ ਭੁੱਲ ਜਾਣਾ। ਉੱਡਿਆ ਹੰਸ ਦਸਾਏ ਰਾਹ, ਜਿਹੜੇ ਤੇਰੇ ਸਰੀਰ ਵਿੱਚ ਜੀਵ ਆਤਮਾ ਰੂਪੀ ਹੰਸ ਹੈ, ਉਹਨੇ ਉੱਡਣਾ। ਫਿਰ ਉਹ ਲੱਭਦਾ ਵੀ ਹੁਣ ਮੁਕਤੀ ਦਾ ਮਾਰਗ ਕਿਹੜਾ ਹੈ, ਕਿਹੜਾ ਉਹ ਰਸਤਾ ਹੈ ਜਿੱਥੋਂ ਮੈਂ ਜਨਮ ਮਰਨ ਤੋਂ ਮੁਕਤ ਹੋ ਸਕਾਂ। ਆਇਆ ਗਿਆ ਮੋਇਆ ਨਾ ਉਹ ਜੀਵ ਆਉਂਦਾ ਸੰਸਾਰ ਤੇ ਤੁਰ ਜਾਂਦਾ ਹੈ, ਹੌਲੀ ਹੌਲੀ ਭਾਈ ਉਹਦਾ ਨਾਮ ਵੀ ਮੁੱਕ ਜਾਂਦਾ ਹੈ। ਤੇ ਕੁਛ ਉਹ ਵੀ ਸੀ ਪਿੱਛੇ ਪੱਤਲ ਸੱਦੇ ਹੋ ਕਾਬ, ਬੰਦੇ ਦੀ ਮੌਤ ਤੋਂ ਬਾਅਦ ਕੋਈ ਸ਼ਰਾਧ ਖਵਾਉਂਦਾ ਹੈ, ਕੋਈ ਮਰਿਆਂ ਨੂੰ ਮਟੀਆਂ ਬਣਾ ਕੇ ਪੂਜਦਾ ਹੈ। ਚਲੋ ਜਿਨ੍ਹਾਂ ਦਾ ਧਰਮ ਕਹਿੰਦਾ ਉਹ ਕਰਨ, ਅਸੀਂ ਮਾੜਾ ਨਹੀਂ ਕਹਿੰਦੇ, ਜਿਹਦਾ ਧਰਮ ਇਹ ਕਹਿੰਦਾ ਉਹ ਕਰਨ। ਪਰ ਗੁਰਸਿੱਖੋ, ਜਦੋਂ ਕੋਈ ਪ੍ਰਾਨੀ ਸੰਸਾਰ ਤੋਂ ਚਲਿਆ ਜਾਵੇ, ਆਪਾਂ ਨੂੰ ਗੁਰੂ ਸਾਹਿਬ ਕਹਿੰਦੇ ਨਾ ਤਾਂ ਮਗਰੋਂ ਮਟੀਆਂ ਬਣਾ ਕੇ ਪੂਜਣ ਦੀ ਲੋੜ ਹੈ, ਨਾ ਕੋਈ ਸ਼ਰਾਧ ਵਗੈਰਾ ਖਵਾਉਣ ਦੀ ਲੋੜ ਹੈ। ਜੇ ਸੇਵਾ ਕਰਨੀ ਹੈ ਤਾਂ ਜਿਉਂਦਿਆਂ ਦੀ ਕਰ ਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਹੈ ਲੇਖੇ ਵਿੱਚ। ਮਗਰੋਂ ਹੋਰ ਜਿਹੜੇ ਵਾਧੂ ਦੇ ਵਿਖਾਵੇ ਹੈ ਉਹ ਨਹੀਂ ਕਰਨੇ। ਪਿੱਛੇ ਪੱਤਲ ਸੱਦੇ ਹੋ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਕਹਿੰਦੇ ਜਿਹੜੇ ਮਨ ਦੇ ਆਖੇ ਲੱਗ ਕੇ ਭਜਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਹੋਰ ਸੰਸਾਰੀ ਧੰਦਿਆਂ 'ਚ ਉਮਰਾਂ ਲੰਘਾ ਦਿੰਦੇ ਐ, ਉਹ ਤਾਂ ਡੁੱਬ ਜਾਂਦੇ ਐ। ਤੇ ਤਰਦਾ ਕੌਣ ਹੈ? ਜਿਹੜੇ ਗੁਰੂ ਸਾਹਿਬ ਦੇ ਬਚਨ ਕਮਾ ਲੈਣ। ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਐ? ਕਹਿੰਦੇ ਨੇ ਹਿਰਦਾ ਨਾਮ ਵਸਾਏ ਹੋ, ਘਰ ਬੈਠੇ ਗੁਰੂ ਤੇ ਆਇਓ। ਗੁਰਸਿੱਖਾ ਹੁਣ ਸਮਾਂ ਉਹ ਹੈ, ਨਾ ਤਾਂ ਘਰ-ਬਾਰ ਛੱਡਣ ਦੀ ਲੋੜ ਹੈ, ਨਾ ਪਰਿਵਾਰ ਛੱਡਣ ਦੀ ਲੋੜ ਹੈ। ਬੱਚੇ ਸਕੂਲ ਵੀ ਜਾ, ਪੜ੍ਹਾਈ ਵੀ ਕਰ, ਤੇ ਨਾਲ ਨਾਲ ਆਪਣਾ ਨਿਤਨੇਮ ਕਰੀ ਚੱਲ। ਵਿਆਹਿਆ ਗਿਆ, ਪਰਿਵਾਰ ਦਾ ਵੀ ਖਿਆਲ ਰੱਖ, ਬਾਲ ਬੱਚੇ ਹੋ ਗਏ ਉਹਨਾਂ ਦੀ ਵੀ ਸਾਂਭ ਸੰਭਾਲ ਕਰ। ਪਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ, ਪਹਿਲਾਂ ਪਰਮਾਤਮਾ ਦਾ ਨਾਮ ਜਪ, ਫਿਰ ਸੰਸਾਰ ਦੇ ਧੰਦੇ ਕਰ। ਸ਼ਾਮ ਨੂੰ ਵੀ ਸੌਣ ਤੋਂ ਪਹਿਲਾਂ ਪਰਿਵਾਰ ਵਿੱਚ ਵੀ ਬਹਿ ਕੇ ਦੁੱਖ ਸੁੱਖ ਕਰ, ਤੇ ਰਹਿਰਾਸ ਸਾਹਿਬ ਦਾ ਪਾਠ ਕਰਕੇ ਕੀਰਤਨ ਸੋਹਿਲਾ ਜ਼ਰੂਰ ਪੜਿਆ ਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੌਖਾ ਕਰਤਾ ਗੁਰਮੁਖੋ।
ਸੌਣ ਦਾ ਵੀ ਸਮਾਂ ਹੈ, ਕੰਮ ਦਾ ਵੀ ਸਮਾਂ, ਭਜਨ ਦਾ ਵੀ ਸਮਾਂ। ਸੌਖਾ ਕਰਤਾ ਸਤਿਗੁਰ ਨੇ, ਪਰ ਹਾਲਾਤ ਸਾਡੇ ਐਸੇ ਬਣ ਗਏ 24 ਘੰਟਿਆਂ ਵਿੱਚ 24,000 ਸਵਾਸ ਆਉਂਦਾ ਹੈ। 2.5 ਘੰਟੇ ਦਸਵੰਧ ਬਣਦਾ ਸੀ, ਉਹ ਵੀ ਕੋਈ ਹੋਈ ਕੱਢਦਾ ਗੁਰੂ, ਕੋਈ ਹੋਈ ਕੱਢਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਭਜਨ ਨਹੀਂ ਕਰਦਾ ਫਿਰ ਇਹ ਵੀ ਯਾਦ ਰੱਖੀ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਕਹਿੰਦੇ ਹੀਰਿਆਂ ਵਰਗਾ ਜਨਮ ਹੈ, ਇਹਨੂੰ ਕੌਡੀਆਂ ਦੇ ਭਾਅ ਨਾ ਗਵਾਇਆ ਕਰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਭਾਈ ਰੱਬ ਦਾ ਨਾਮ ਜਪਣਾ ਵੀ ਜ਼ਰੂਰੀ ਹੈ। ਜੇ ਤਾਂ ਬਿਰਤੀ ਰੱਖਾਂਗੇ ਧਰਮ ਵੱਲ, ਗੁਰੂਆਂ ਦੇ ਬਚਨ ਕਮਾ ਲਾਂਗੇ, ਫਿਰ ਤਾਂ ਦਾਤਾਂ ਇਹੋ ਜੀਆਂ ਮਿਲਣੀਆਂ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ। ਤੇ ਜੇ ਬਿਰਤੀ ਕੱਲੀ ਮਾਇਆ ਵੱਲ ਰਹਿ ਗਈ, ਫਿਰ ਉਹ ਸਤਕਾਰ ਨਹੀਂ ਹੋਣਾ ਜਿਹੜਾ ਗੁਰੂ ਸਾਹਿਬ ਸਾਨੂੰ ਦੇਣਾ ਚਾਹੁੰਦੇ। ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਜੇ ਹੋਏ, ਤੇ ਬੈਠਿਆਂ ਬੈਠਿਆਂ ਮਨ 'ਚ ਵਿਚਾਰ ਆਈ, ਕਹਿੰਦੇ ਗੁਰਸਿੱਖੋ, ਕੋਈ ਸਿੱਖ ਉੱਠੇ ਸਾਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਵੇ। ਸਾਰੀ ਸੰਗਤ ਬੈਠੀ ਸੀ। ਹੁਣ ਗੁਰੂ ਸਾਹਿਬ ਦੇ ਬਚਨਾਂ ਨੂੰ ਜੀ ਤਾਂ ਹਰੇਕ ਦਾ ਕਰਦਾ ਸੀ, ਮੈਂ ਮੰਨਾਂ, ਮੈਂ ਪਾਠ ਸੁਣਾਵਾਂ, ਪਰ ਸਤਿਗੁਰ ਕਹਿੰਦੇ ਸੀ ਸ਼ੁੱਧ ਸੁਣਾਓ। ਕਹਿੰਦੇ ਸ਼ੁੱਧ ਸੁਣਾਉਣਾ, ਬਾਕੀ ਤਾਂ ਚੁੱਪ ਬੈਠੇ ਸੀ। ਭਾਈ ਗੋਪਾਲਾ ਜੀ ਉੱਠੇ, ਗੁਰੂ ਹੱਥ ਬੰਨ ਕੇ ਬੇਨਤੀ ਕੀਤੀ, ਸਤਿਗੁਰ ਮੇਰੇ ਤੇ ਕਿਰਪਾ ਕਰੋ, ਮੈਂ ਆਪ ਜੀ ਦਾ ਹੁਕਮ ਮੰਨਣਾ ਚਾਹੁੰਦਾ, ਮੈਂ ਆਪ ਜੀ ਨੂੰ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਉਣਾ। ਪਾਤਸ਼ਾਹ ਕਹਿੰਦੇ ਜੇ ਪਾਠ ਸ਼ੁੱਧ ਸੁਣਾਤਾ ਤੈਨੂੰ ਮੂੰਹੋਂ ਮੰਗੀ ਦਾਤ ਦਿਆਂਗੇ। ਚੌਕੜਾ ਲਾ ਕੇ ਬਹਿ ਗਿਆ ਭਾਈ ਗੋਪਾਲਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਸਣ ਤੇ ਆਪਣੇ ਤੇ ਬੈਠੇ ਐ, ਸਜੇ ਹੋਏ, ਸੰਗਤ ਬੈਠੀ। ਭਾਈ ਗੋਪਾਲਾ ਜੀ ਨੇ ਇੱਕ ਓੰਕਾਰ ਤੋਂ ਪਾਠ ਸ਼ੁਰੂ ਕੀਤਾ। ਗੁਰੂ ਪ੍ਰੇਮ ਅਦਬ ਸਤਕਾਰ ਨਾਲ, ਪੂਰੇ ਧਿਆਨ ਨਾਲ, ਇਕਾਗਰਤਾ ਨਾਲ ਬਾਣੀ ਪੜ੍ਹਦਾ ਗਿਆ। ਗੁਰੂ ਸਾਹਿਬ ਵੀ ਪ੍ਰੇਮ ਅਦਬ ਸਤਕਾਰ ਨਾਲ ਬੈਠੇ ਸੁਣਦੇ ਰਹੇ। ਤੇ ਜਦੋਂ ਕੋ ਪਹੁੰਚਿਆ ਨਾ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਉਦੋਂ ਮਨ ਵਿੱਚ ਸੋਚ ਹੋਰ ਚੱਲ ਪਈ। ਗੁਰੂ ਆਪਣੇ ਨਾਲ ਵੀ ਹੁੰਦਾ, ਕੋਈ ਵੀ ਕਾਰਜ ਸ਼ੁਰੂ ਕਰਨਾ ਉਦੋਂ ਤਾਂ ਸਾਨੂੰ ਬਹੁਤ ਹੌਸਲਾ ਹੁੰਦਾ। ਕੋਈ ਸੇਵਾ ਦਾ ਕੰਮ ਹੈ, ਸਮਾਜ ਸੇਵਾ ਦਾ ਕੰਮ ਹੈ, ਹੌਸਲੇ ਨਾਲ ਕਰਦੇ ਆ। ਕੋਈ ਸਾਜ਼ ਸੰਗੀਤ ਸਿੱਖਣਾ, ਗੁਰਬਾਣੀ ਦੀ ਸੰਥਿਆ ਕਰਨੀ ਹੈ, ਪਰ ਲਾਸਟ ਤੱਕ ਉਹ ਚਾਅ ਨਹੀਂ ਰਹਿੰਦਾ ਗੁਰੂ। ਕਈ ਫਿਰ ਵਿੱਚ ਵਿਚਾਲੀ ਹਿੱਲ ਜਾਂਦਾ ਕੰਮ। ਭਾਈ ਗੋਪਾਲਾ ਜੀ ਪਾਠ ਸੁਣਾਉਂਦੇ ਗਏ ਤੇ ਅੱਧ ਵਿਚਾਲੇ ਜਾ ਕੇ ਮਨ ਵਿੱਚ ਸੋਚਦੇ ਆ, ਮਨਾ ਗੁਰੂ ਸਾਹਿਬ ਕਹਿੰਦੇ ਸੀ ਜੋ ਮੂੰਹੋਂ ਮੰਗੋਗੇ ਉਹ ਦੇਵਾਂਗੇ। ਜੇ ਇੱਕਦਮ ਮਹਾਰਾਜ ਨੇ ਪੁੱਛ ਲਿਆ ਤੇ ਮੈਂ ਦੱਸੂ ਕੀ? ਕਈ ਵਾਰੀ ਮੌਕੇ ਤੇ ਔੜਦੀ ਹੋਈ ਨਹੀਂ, ਸੋਚ ਉਧਰ ਨੂੰ ਚਲੀ ਗਈ, ਪਾਠ ਭੁੱਲਣ ਲੱਗ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰਸ ਨਾ ਰਿਹਾ, ਕਿਉਂਕਿ ਧਿਆਨ ਨਾ ਰਿਹਾ। ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ, ਗੁਰਬਾਣੀ ਪੜ੍ਹਨੀ, ਰੱਬ ਦਾ ਨਾਮ ਜਪਣਾ, ਉਦੋਂ ਸੁਰਤੀ ਹੋਰ ਪਾਸੇ ਜਾਣੀ ਨਹੀਂ ਚਾਹੀਦੀ। ਕਈ ਵਾਰੀ ਦੇਖੀਦਾ, ਇੱਧਰ ਦਾ ਤਾਂ ਮੈਨੂੰ ਪਤਾ ਨਹੀਂ। ਇੱਕ ਵਾਰੀ ਅਸੀਂ ਪ੍ਰੋਗਰਾਮ ਤੇ ਗਏ ਹੋਏ, ਉਹ ਪਾਠੀ ਸਿੰਘ ਬਹੁਤ ਸੋਹਣੀ ਆਵਾਜ਼ ਪਾਠ ਪੜ੍ਹੇ ਤੇ ਤਰਜ ਲਾਈ ਬੈਠਾ ਗੜਬਾ ਚਾਂਦੀ ਦਾ। ਦੇਖੋ ਹੁਣ ਜਦੋਂ ਸੁਰਤ ਤਾਂ ਉਹ ਗੜਬੇ ਚਾਂਦੀ ਦੇ 'ਚ ਫਿਰਦੀ ਹੈ, ਫਿਰ ਉਹ ਧਿਆਨ ਗੁਰੂ ਸਾਹਿਬ ਵੱਲ ਤਾਂ ਰਿਹਾ ਨਾ। ਗੁਰਮੁਖ ਇਹ ਜੋ ਗੁਰਮਤ ਦੀ ਮਾਣ ਮਰਿਆਦਾ ਸਾਡੇ ਵੱਡੇ ਵਡੇਰਿਆਂ ਨੇ ਬਣਾਈ, ਆਪਾਂ ਨੂੰ ਉਹਦੇ ਵਿੱਚ ਹੀ ਰਹਿਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਹੀਦਾ ਤਾਂ ਇਹ ਹੈ, ਹੋਰ ਕਾਰਜ ਕਰਦਾ ਹੋਇਆ ਵੀ ਆਪਣਾ ਧਿਆਨ ਗੁਰੂ ਵੱਲ ਰੱਖੇ, ਉਹ ਤੇਰਾ ਧੰਦਾ ਵੀ ਧਰਮ ਬਣੇ। ਪਰ ਜੇ ਧਰਮ ਕਰਦੇ ਹੋਏ ਦਾ ਵੀ ਧਿਆਨ ਹੋਰ ਪਾਸੇ ਹੈ, ਫਿਰ ਉਹ ਬਖਸ਼ਿਸ਼ ਨਹੀਂ ਹੋਣੀ ਜਿਹੜੀ ਲੈਣੀ ਚਾਹੀਦੀ। ਹੁਣ 6ਵੇਂ ਪਾਤਸ਼ਾਹ ਮਹਾਰਾਜ ਹਰਗੋਬਿੰਦ ਸਾਹਿਬ, ਇਧਰ ਤਾਂ ਗੁਰੂ ਸਾਹਿਬ ਸੋਚਦੇ ਆ ਵੀ ਇੰਨੇ ਪ੍ਰੇਮ ਨਾਲ ਪਾਠ ਕਰ ਰਹੇ ਆ ਸਿੱਖ, ਇਹਨੂੰ ਦਈਏ ਤਾਂ ਕੀ ਦਈਏ? ਇੰਦਰਪੁਰੀ ਦਈਏ, ਬ੍ਰਹਮਪੁਰੀ ਦਈਏ, ਸ਼ਿਵਪੁਰੀ ਦਈਏ, ਕੀ ਦਈਏ? ਬੜੇ ਪ੍ਰੇਮ ਨਾਲ ਪੜ੍ਹ ਰਿਹਾ। ਗੁਰੂ ਸਾਹਿਬ ਨੇ ਸੋਚ ਕੇ ਫੈਸਲਾ ਲੈ ਲਿਆ, ਕਹਿੰਦੇ ਇੰਨੇ ਪ੍ਰੇਮ ਨਾਲ ਬਾਣੀ ਪੜ੍ਹਦਾ
ਹੋਵੇ ਨਾ ਤੇ ਇਹਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੀ ਬਣਾ ਦਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਗੁਰੂ ਮਹਾਰਾਜ ਦੀ ਕਿੱਡੀ ਵੱਡੀ ਸੋਚ, ਗੁਰਤਾ ਗੱਦੀ ਦੇ ਮਾਲਕ ਬਣਾਉਣ ਬਾਰੇ। ਪਰ ਭਾਈ ਗੋਪਾਲਾ ਜੀ ਸੋਚਦੇ ਨੇ ਮਨਾ, ਜੇ ਸਤਿਗੁਰ ਜੀ ਨੇ ਪੁੱਛਿਆ ਵੀ ਦੱਸ ਕੀ ਚਾਹੀਦਾ ਹੈ, ਮੈਂ ਕੀ ਕਹੂੰਗਾ? ਸੋਚ ਸੋਚ ਕੇ ਪਤਾ ਹੈ, ਕਹਿੰਦਾ ਜਿਹੜੇ ਭਾਈ ਪਰਾਗਾ ਜੀ ਨੇ 5 ਘੋੜੇ ਗੁਰੂ ਸਾਹਿਬ ਨੂੰ ਭੇਟਾ ਕੀਤੇ ਹਨ, ਕੁਝ ਸੇਵਾਦਾਰਾਂ ਨੂੰ ਦੇਤੇ, 2 ਘੋੜੇ ਹੋਰ ਖੜੇ ਨੇ ਹਜੇ, ਮੈਂ ਉਹਨਾਂ ਵਿੱਚੋਂ ਗੁਰੂ ਸਾਹਿਬ ਦੇ ਕੋਲੋਂ ਇੱਕ ਘੋੜਾ ਮੰਗੂੰਗਾ। ਉਹਦੀ ਉੱਥੇ ਸੋਚ। ਤੇ ਮਹਾਰਾਜ ਆਸਣ ਤੋਂ ਹੇਠਾਂ ਨੂੰ ਖਿਸਕਣੇ ਸ਼ੁਰੂ ਹੋ ਗਏ ਸੀ। ਘੋੜੇ ਤੇ ਖਿਆਲ ਆ ਗਿਆ, ਹੌਲੀ ਹੌਲੀ ਮਨ 'ਚ ਇਹ ਵੀ ਚੱਲ ਪਿਆ, ਕਹਿੰਦਾ ਮਹਾਰਾਜ ਤਾਂ ਕਹਿੰਦੇ ਸੀ ਵੀ ਮੂੰਹੋਂ ਮੰਗਿਆ ਨਾਮ ਦੇਵਾਂਗੇ, ਮੈਨੂੰ ਲੱਗਦਾ ਉੱਠ ਕੇ ਜਾ ਰਹੇ ਆ, ਇਹਨਾਂ ਨੇ ਤਾਂ ਸਰੋਪਾ ਵੀ ਨਹੀਂ ਦੇਣਾ। ਸ਼ੰਕੇ ਹੀ ਖੜੇ ਹੋ ਗਏ ਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਹੀ ਟਿਕੇ ਰਹੇ। ਪਾਠ ਸੁਣ ਲਿਆ ਸਾਰਾ, ਸ਼ਲੋਕ ਪੜਿਆ ਗਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਸ਼ਲੋਕ ਪੜ੍ਹ ਕੇ ਸਮਾਪਤੀ ਕੀਤੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇਖ ਕੇ ਹੱਸ ਪਏ। ਕਹਿੰਦੇ ਭਾਈ ਗੋਪਾਲਾ ਜੀ, ਜਿਵੇਂ ਸ਼ੁਰੂ ਕੀਤਾ ਸੀ ਅੱਧ ਤੱਕ ਬੜੇ ਅਦਬ ਪ੍ਰੇਮ ਸਤਿਕਾਰ ਨਾਲ ਪਾਠ ਕੀਤਾ ਹੈ ਨਾ, ਜੇ ਕਿਤੇ ਇਸੇ ਤਰ੍ਹਾਂ ਸਾਰਾ ਪਾਠ ਕਰ ਦਿੰਦੇ ਜਪਜੀ ਸਾਹਿਬ ਦਾ ਸੰਪੂਰਨ, ਤੇ ਤੁਹਾਨੂੰ ਅੱਜ ਗੁਰੂ ਨਾਨਕ ਦੇ ਘਰ ਦੇ ਮਾਲਕ ਬਣਾ ਦੇਣਾ ਸੀ। ਪਰ ਤੁਸੀਂ ਅੱਧ ਤੱਕ ਤਾਂ ਬਿਰਤੀ ਰੱਖੀ ਠੀਕ, ਅੱਧ ਵਿਚਾਲੇ ਜਾ ਕੇ ਸੋਚਾਂ ਸੰਸਾਰੀ ਆ ਗਈਆਂ। ਇੱਕ ਘੋੜੇ ਬਾਰੇ ਸੋਚਿਆ, ਘੋੜਾ ਤੁਹਾਨੂੰ ਕਾਠੀ ਸਮੇਤ ਦੇਾਂਗੇ, ਦਿੱਤਾ ਵੀ ਫਿਰ, ਤੇ ਨਾਲ ਬਚਨ ਵੀ ਕੀਤੇ ਵੀ ਇਹ ਮੁਕਤ ਹੋ ਜੇ। ਗੁਰੂ ਦਰਬਾਰਾਂ ਵਿੱਚ ਗੁਰੂਆਂ ਦੇ ਬਰਾਬਰ 13 ਵੀ ਸਿੱਖ ਸੰਗਤਾਂ ਨਾਮ ਲੈਣਗੀਆਂ। ਅੱਜ ਲੈ ਰਹੇ ਆਪਾਂ ਗੁਰਮੁਖ, ਮੁਕਤੀ ਮਿਲੇ ਮਾਨ ਤਨ ਵਧਾਤਾ, ਪਰ ਉਹ ਸਤਕਾਰ ਨਹੀਂ ਹੋਇਆ ਫਿਰ ਜਿਹੜਾ ਹੋਣਾ ਚਾਹੀਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਬੇਨਤੀ ਹੈ, ਮੈਂ ਵੀ ਵਿੱਚੋਂ ਹੀ ਆ, ਗੁਰੂ ਘਰ ਦੇ ਮਹਾਰਾਜ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਸ਼ਰਧਾ ਨਾਲ ਕਮਾਉਣਾ ਚਾਹੀਦਾ। ਸੇਵਾ ਕਰਨੀ ਹੈ ਸ਼ਰਧਾ ਨਾਲ ਕਰੋ, ਗੁਰਬਾਣੀ ਪੜ੍ਹਨੀ ਹੈ ਪ੍ਰੇਮ ਅਦਬ ਸਤਕਾਰ ਨਾਲ ਕਰੋ। ਕਿਸੇ ਦੇ ਮਨ ਪ੍ਰਤੀ, ਕਿਸੇ ਦੇ ਪ੍ਰਤੀ ਵੀ ਆਪਣੇ ਮਨ ਵਿੱਚ ਈਰਖਾ ਨਾ ਰੱਖੋ। ਲੰਗਰ ਬਣਾਉਂਦੇ ਹੋਈਏ, ਵਰਤਾਉਂਦੇ ਹੋਈਏ, ਕਥਾ ਕੀਰਤਨ ਕਰਦੇ ਹੋਈਏ, ਪਾਠ ਕਰਦੇ ਹੋਈਏ, ਸਾਡਾ ਧਿਆਨ ਗੁਰੂ ਵੱਲ ਹੀ ਹੋਣਾ ਚਾਹੀਦਾ ਹੈ। ਇੱਥੋਂ ਤੱਕ ਵੀ ਕਿਹਾ ਵੀ ਜੇ ਸਾਹਮਣੇ ਆ ਕੇ ਦੁਸ਼ਮਣ ਵੀ ਬਹਿ ਜੇ, ਉਦੋਂ ਦੁਸ਼ਮਣ ਨਾ ਦੇਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਮਿਸਾਲਾਂ ਭਾਈ ਕਨ੍ਹਈਆ ਜੀ ਵਰਗਿਆਂ ਦੇ ਜੀਵਨ ਵਿੱਚੋਂ ਸਾਨੂੰ ਮਿਲਦੀਆਂ। ਸੋ ਜਿਹੜੇ ਬਚਨ ਕਮਾ ਗਏ ਉਹ ਤਰ ਗਏ, ਤੇ ਜਿਨ੍ਹਾਂ ਦੀ ਸੋਚ ਸੰਸਾਰੀ ਰਹਿ ਗਈ, ਦਾਤਾਂ ਤਾਂ ਮਹਾਰਾਜ ਨੇ ਉਹ ਵੀ ਦੇਤੀਆਂ, ਪਰ ਪੂਰਾ ਮਾਣ ਨਾ ਮਿਲਿਆ ਗੁਰੂ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਵਾਪਰਾ, ਪੁੱਜ ਹੈ ਨਾ ਰਤਨ ਕਰੋੜ। ਕਹਿੰਦੇ ਹੈ ਬੰਦਿਆ, ਜਿਵੇਂ ਮਾਂ ਦੇ ਢਿੱਡ ਵਿੱਚ ਸਵਾਸ ਸਵਾਸ ਸਿਮਰਨ ਕਰਦਾ ਸੀ, ਪੁੱਠਾ ਲਮਕਦਾ ਸੀ, ਪਰ ਜਦੋਂ ਹੀ ਸੰਸਾਰ ਵਿੱਚ ਆ ਕੇ ਪ੍ਰਗਟ ਹੋਇਆ, ਉਦੋਂ ਰੱਬ ਨਾਲੋਂ ਮੋਹ ਟੁੱਟ ਗਿਆ, ਤੇ ਜਿੱਧਰ ਜਿੱਧਰ ਜੁੜਿਆ ਉਹ ਤੁਸੀਂ ਪਹਿਲਾਂ ਸੁਣੀ ਲਿਆ ਗੁਰਮੁਖੋ। ਜੇ ਕਿਤੇ ਜਿਵੇਂ ਮਾਂ ਦੇ ਪੇਟ ਵਿੱਚ ਤੇਰੀ ਲਿਵ ਪਰਮੇਸ਼ਰ ਨਾਲ ਜੁੜੀ ਸੀ, ਜੇ ਸਾਰੀ ਜ਼ਿੰਦਗੀ ਉੱਦਾਂ ਜੁੜੀ ਰਹਿ ਜਾਂਦੀ, ਹੀਰੇ ਮੋਤੀਆਂ ਦੀ ਤਾਂ ਗੱਲ ਛੱਡ, ਕਰੋੜਾਂ ਰਤਨ ਵੀ ਤੇਰੀ ਦੇਹੀ ਦਾ ਮੁੱਲ ਨਹੀਂ ਸੀ ਹੋ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 6 ਪ੍ਰਕਾਰ ਦੇ ਮੋਤੀ ਨੇ, ਬੰਸੀ ਸਿੱਪੀ ਸੂਕਰੀ ਗਿਰੀ ਕਰੀ ਕਠਮਾਲ। ਇਹਨਾਂ 6 ਪ੍ਰਕਾਰ ਦੇ ਮੋਤੀਆਂ ਨੂੰ ਕੋਈ ਹੰਸ ਲਗਾਤਾਰ 12 ਸਾਲ ਖਾਵੇ ਤਾਂ 13ਵੇਂ ਸਾਲ ਉਹਦੇ ਪੇਟ ਵਿੱਚੋਂ ਇੱਕ ਰਤਨ ਪੈਦਾ ਹੁੰਦਾ। ਕਿੰਨਾ ਕੀਮਤੀ ਹੈ। ਸਤਿਗੁਰੂ ਕਬੀਰ ਜੀ ਕਹਿੰਦੇ ਕਰੋੜਾਂ ਰਤਨ ਵੀ ਤੇਰੀ ਦੇਹੀ ਦਾ ਮੁੱਲ ਨਹੀਂ ਸੀ ਹੋ ਸਕਦੇ, ਜੇ ਕਿਤੇ ਸਾਰੀ ਜ਼ਿੰਦਗੀ ਪ੍ਰਮਾਤਮਾ ਦੇ ਨਾਮ ਨਾਲ ਲਿਵ ਜੁੜੀ ਰਹਿ ਜਾਂਦੀ। ਉਹ ਕਿਵੇਂ ਜੋੜਨੀ ਹੈ? ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਬਚਪਨ ਤੋਂ ਜੁੜੇ ਸੀ, ਬਸ ਜਿੰਨਾ ਚਿਰ ਸੰਸਾਰ ਵਿੱਚ ਰਹੇ ਪਰਮਾਤਮਾ ਨਾਲੋਂ ਲਿਵ ਨਹੀਂ ਤੋੜੀ ਗੁਰੂ, ਤਾਂ ਜੋ ਉਹਨਾਂ ਦਾ ਸਤਿਕਾਰ ਹੈ। ਸੋ ਆਪਾਂ ਵੀ ਆਪਣੇ ਮਨ ਨੂੰ ਸਮਝਾਉਣਾ, ਮਨਾ
ਢਿੱਲ ਨਾ ਕਰਿਆ ਕਰ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਿੱਚ ਦੇਰੀ ਨਾ ਕਰਿਆ ਕਰ। ਸਵਾਸਾਂ ਦਾ ਕੋਈ ਭਰੋਸਾ ਨਹੀਂ, ਜਿਹੜਾ ਅੰਦਰ ਗਿਆ ਇਹ ਬਾਹਰ ਆਵੇ ਜਾਂ ਨਾ ਆਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਪਿਆਰਿਓ 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 ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਹਰ ਜਪਦਿਆਂ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਸਵਾਸਾਂ ਦਾ ਭਰੋਸਾ ਕੋਈ ਨਾ। ਕਹਿੰਦੇ ਇਹਨਾਂ ਸਵਾਸਾਂ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਨਾਮ ਜਪਣ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਹਮ ਆਦਮੀ ਹਾਂ ਇੱਕਦਮੀ। ਗੁਰੂ ਨਾਨਕ ਦੇ ਮਹਾਰਾਜ ਕੀਰਤਨ ਕਰਕੇ ਹਟੇ ਤੇ ਭਾਈ ਬਾਲਾ ਜੀ ਨੂੰ ਪੁੱਛਿਆ, ਭਾਈ ਬਾਲਾ ਜੀ ਬਾਣੀ ਆਉਂਦੀ ਹੈ, ਕੀਰਤਨ ਕਰਦੇ ਆ, ਤੁਸੀਂ ਇਹ ਦੱਸੋ ਵੀ ਮਨੁੱਖ ਦੀ ਉਮਰ ਕਿੰਨੀ ਕੁ ਹੈ? ਕਹਿੰਦਾ ਜੀ ਸਿਹਤ ਤਕੜੀ ਪਈ ਹੈ, ਇੱਕ ਦਿਨ ਤਾਂ ਔਖੇ ਸੌਖੇ ਲੰਘਾ ਲਾਂਗੇ, ਕੱਲ ਤੱਕ ਪਤਾ ਨਹੀਂ, ਆਪਾਂ ਰਹੀਏ ਜਾਣਾ ਰਹੀਏ। ਅੱਛਾ ਮਰਦਾਨਾ ਜੀ ਤੁਸੀਂ ਦੱਸੋ ਮਨੁੱਖ ਦੀ ਉਮਰ ਕਿੰਨੀ ਕੁ ਹੈ? ਭਾਈ ਮਰਦਾਨਾ ਜੀ ਵੀ ਕਹਿੰਦੇ ਸਤਿਗੁਰ ਇੱਕ ਪਹਿਰ ਤਾਂ ਲੰਘ ਜੂਗਾ, ਦੂਜੇ ਤੱਕ ਪਤਾ ਨਹੀਂ ਆਪਾਂ ਰਹੀਏ ਜਾਂ ਨਾ ਰਹੀਏ। ਸਤਿਗੁਰ ਕਹਿੰਦੇ ਬਹੁਤ ਦੂਰ ਫਿਰਦੇ ਹੋ, ਪਹਿਰ ਦੀ ਦਿਨ ਦੀ ਗੱਲ ਕੀਤੀ ਹੈ। ਮਹਾਰਾਜ ਫਿਰ ਤੁਸੀਂ ਹੀ ਕਿਰਪਾ ਕਰੋ, ਦੱਸੋ ਮਨੁੱਖ ਦੀ ਉਮਰ ਕਿੰਨੀ ਹੈ? ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਹਮ ਆਦਮੀ ਹਾਂ ਇੱਕਦਮ। ਜੇ ਦਮ ਆ ਰਿਹਾ, ਸਾਹ ਆ ਰਿਹਾ, ਫਿਰ ਤਾਂ ਆਦਮੀ। ਜੇ ਸਾਹ ਨਾ ਆਇਆ, ਦਮ ਨਾ ਆਇਆ, ਮਿੱਟੀ ਦੀ ਢੇਰੀ ਰਹਿ ਜਾਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹੀ ਪਰਿਵਾਰ ਹੁੰਦਾ, ਉਹੀ ਸਕੇ ਸੰਬੰਧੀ ਹੁੰਦੇ ਐ, ਸੀੜੀ ਦੇ ਉੱਤੇ ਪਾ ਕੇ ਗੁਰਮੁਖ ਪਿਆਰਿਓ ਤੋਰ ਦਿੰਦੇ ਆ। ਦੇਖੋ ਬੰਦਾ ਚੱਲਿਆ ਚੌ ਜਣਿਆਂ ਦਾ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਹ ਆਏ ਕੰਮ। ਕਹਿੰਦੇ ਜਿਹੜੇ ਸੰਸਾਰ ਵਿੱਚ ਆ ਕੇ ਸੁਣਨ ਨੂੰ ਬਹੁਤ ਕੁਛ ਹੈ, ਪੜਨ ਨੂੰ ਬਹੁਤ ਕੁਛ ਹੈ, ਤੈਂ ਦੇਖਣਾ ਵੀ ਅਮਲ ਕਿਹੜੀ ਗੱਲ ਤੇ ਕਰਨੀ। ਚੰਗੀ ਗੱਲ ਸੁਣ ਕੇ ਮੰਨ ਲੈ, ਭਾਵੇਂ ਮਾੜੀ ਗੱਲ ਸੁਣ ਕੇ ਇਹ ਵੀ ਇੱਕ ਵੱਖਰਾ ਗੁਣ ਹੈ। ਕਹਿੰਦੇ ਅੰਤਾਂ ਦਾ ਹੋਵੇ ਸੋਹਣਾ, ਉੱਚੇ ਘਰਾਣੇ ਵਿੱਚ ਹੋਇਆ ਹੋਵੇ ਜਨਮ, ਤੇਰੇ ਪੱਲੇ ਵਿੱਚ ਹੋਵੇ ਗਿਆਨ ਸਮਝ ਵੀ ਹੋਵੇ, ਸਭਾ 'ਚ ਤੈਨੂੰ ਗੱਲ ਵੀ ਕਰਨੀ ਆਉਂਦੀ ਹੋਵੇ, ਪੰਜਵਾਂ ਗੁਣ ਹੈ ਧਨਵੰਤ, ਤੇਰੇ ਪੱਲੇ ਮਾਇਆ ਵੀ ਹੋਣੀ ਚਾਹੀਦੀ। ਅੱਜ ਸਮਾਂ ਇਹ ਜਿਹਾ ਹੈ, ਗਿਆਨਵਾਨ ਜਿੰਨਾ ਮਰਜੀ ਹੋਵੇ, ਸੋਹਣਾ ਹੋਵੇ, ਉੱਚੇ ਕੁਲ 'ਚ ਜਨਮ ਵੀ ਹੋ ਜੇ,
ਤੇ ਜੇ ਬੰਦਾ ਗਰੀਬ ਹੋਵੇ ਨਾ ਮਾਇਆ ਪੱਖੋਂ, ਫਿਰ ਵੀ ਉਹਦੀ ਕੋਈ ਸੁਣਦਾ ਨਹੀਂ ਹੈ। ਤੇ ਜਿਹਦੇ ਕੋਲੇ ਮਾਇਆ ਬਹੁਤ ਹੋਵੇ, ਗੱਲ ਭਾਵੇਂ ਚੱਜ ਨਾਲ ਨਾ ਹੀ ਕਰਨੀ ਆਉਂਦੀ ਹੋਵੇ, ਕਹਿਣਗੇ ਜੀ ਤੁਸੀਂ ਬੋਲੋ, ਕਿਉਂ ਮਾਇਆ ਧਾਰੀ ਹੈ, ਮਾਇਆ ਦੀ ਵੀ ਪੂਜਾ ਇੱਥੇ। ਗੁਰੂ ਨਾਨਕ ਸਾਹਿਬ ਕਹਿੰਦੇ ਪੰਜੇ ਗੁਣ ਜਿਹਦੇ ਵਿੱਚ ਨੇ ਉਹਨੂੰ ਦੁਨੀਆ ਚੰਗਾ ਮੰਨਦੀ ਹੈ, ਪਰ ਗੁਰੂ ਘਰ 'ਚ ਨਹੀਂ ਮੰਨਿਆ ਗੁਰੂ। ਹੋਵੇ ਕੋਈ ਅੰਤਾਂ ਦਾ ਸੋਹਣਾ, ਹੋਵੇ ਕੋਈ ਉੱਚੀ ਘਰਾਣੇ ਵਿੱਚ ਪੈਦਾ ਹੋਇਆ, ਹੋਵੇ ਕੋਈ ਗਿਆਨਵਾਨ ਵਿਦਵਾਨ, ਐ ਬੋਲਣਾ ਵੀ ਫਟਾਫਟ ਆਉਂਦਾ ਹੋਵੇ, ਪਰ ਜੇ ਪਰਮਾਤਮਾ ਦੀ ਭਗਤੀ ਪੱਲੇ ਨਹੀਂ ਹੈ, ਸਤਿਗੁਰ ਕਹਿੰਦੇ ਐ ਸਮਝ ਲਓ ਮੁਰਦਾ ਹੀ ਤੁਰਿਆ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਲਿਖਿਆ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਤੇਰੀ ਮਾਲਕ ਨਾਲ ਪ੍ਰੀਤ ਹੀ ਹੈ ਨਹੀਂ, ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਸੰਸਾਰੀ ਜੀਵਾਂ ਦਾ ਭਲਾ ਨਹੀਂ ਕਰਦਾ, ਫਿਰ ਜਿਉਂਦਿਆਂ 'ਚ ਨਹੀਂ ਗਿਣਿਆ ਗੁਰਮੁਖ, ਫਿਰ ਮੁਰਦਾ ਹੀ ਤੁਰਿਆ ਫਿਰਦਾ। ਤੇ ਜਿਹੜੇ ਸਤਿਗੁਰ ਦੇ ਬਚਨ ਕਮਾ ਗਏ, ਉਹਨਾਂ ਨੂੰ ਫਿਰ ਮਹਾਰਾਜ ਨੇ ਕਿੱਥੋਂ ਤੱਕ ਪਹੁੰਚਾਤਾ, ਰਹਿੰਦੀ ਦੁਨੀਆ ਤੱਕ ਪੂਜਾ ਹੁੰਦੀ ਹੈ। ਆਓ ਗੁਰੂ ਨਾਨਕ ਦੇ ਘਰ ਦਾ ਇਤਿਹਾਸ ਆਪਾਂ ਸਾਂਝਾ ਕਰੀਏ, ਗੱਲ ਕਰੀਏ ਸਤਿਗੁਰ ਪਿਆਰੇ ਦੀ, 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 ਗੱਲ ਕਰੀਏ ਸਤਿਗੁਰ ਪਿਆਰੇ ਦੀ। ਤੇਰੇ ਉੱਚਾ ਮਾਣ ਨਾਲ ਹੋ ਜਾਵੇ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ। ਮੇਰੀ ਉੱਚਾ ਮਾਣ ਨਾਲ ਹੋ ਜਾਵੇ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ। ਮੇਰੀ ਉੱਚਾ ਮਾਣ ਨਾਲ ਹੋ ਜਾਵੇ, ਗੱਲ ਕਰੀਏ ਸਤਿਗੁਰ ਪਿਆਰੇ ਦੀ, ਗੱਲ ਕਰੀਏ ਸਤਿਗੁਰ ਪਿਆਰੇ ਦੀ। ਧੰਨ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰੀਏ। ਧੰਨ ਗੁਰੂ ਨਾਨਕ ਦੇ ਮਹਾਰਾਜ ਕਰਤਾਰਪੁਰ ਸਾਹਿਬ ਵਿੱਚ ਸੰਗਤਾਂ ਨੂੰ ਤਾਰਦੇ ਹੁੰਦੇ। ਇਹ ਕਰਤਾਰਪੁਰ ਸਾਹਿਬ ਵੀ ਦੋ ਨੇ, ਇੱਕ ਤਾਂ ਇਹ ਜਲੰਧਰ ਜ਼ਿਲ੍ਹੇ ਵਾਲਾ ਗੁਰਮੁਖ, ਇੱਕ ਕਰਤਾਰਪੁਰ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉਹ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਵਸਾਇਆ ਨਗਰ। ਉੱਥੇ ਸਤਿਗੁਰੂ ਨਾਨਕ ਸਾਹਿਬ ਵਸਦੇ ਹੁੰਦੇ ਤੇ ਬੜੀ ਸੰਗਤ ਗੁਰੂ ਘਰ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰਦੀ ਸੀ। ਖਡੂਰ ਸਾਹਿਬ ਇੱਕ ਆਮ ਦਿਹਾੜੀਦਾਰ ਸਿੱਖ ਰਹਿੰਦਾ ਸੀ, ਜਿਹਦਾ ਨਾਮ ਸੀ ਭਾਈ ਸਿੰਘਾ ਗੁਰੂ। ਉਹਨੇ ਕਿਤੇ ਸਤਿਗੁਰ ਦੀ ਸੰਗਤ ਕੀਤੀ, ਬਚਨ ਬਿਲਾਸ ਸੁਣੇ। ਕੁਦਰਤੋਂ ਹੀ ਬਚਨ ਇਦਾਂ ਦਾ ਚੱਲਦਾ ਸੀ ਵੀ ਹਰ ਇਨਸਾਨ ਨੂੰ ਕਿਰਤ ਕਰਨੀ ਚਾਹੀਦੀ, ਆਪਣੀ ਮਿਹਨਤ ਕਰਕੇ ਕਿਰਤ ਕਰਕੇ ਛਕੋ ਛਕਾਓ, ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ। ਜਿਹੜਾ ਦੂਜੇ ਦਾ ਹੱਕ ਮਾਰਨਾ ਹੈ ਨਾ ਗੁਰਮੁਖੋ, ਇਹਦੇ ਨਾਲ ਸੁੱਖ ਨਹੀਂ ਮਿਲਦਾ। ਤੇ ਕੀ ਪਤਾ ਹੈ ਜਿਉਂਦੇ ਜਿਉਂਦੇ ਮੁੜੂ ਜਾਣਾ, ਜੇ ਤਾਂ ਬਾਹਲੀ ਹੋਈ ਮਜਬੂਰੀ ਬਣ ਜੇ, ਚਲੋ ਲੈਣ ਦੇਣ ਤਾਂ ਚੱਲਦਾ ਹੀ ਰਹਿੰਦਾ ਹੈ, ਪਰ ਕੋਸ਼ਿਸ਼ ਕਰਿਆ ਕਰੋ ਜਿੰਨਾ ਕਰਜ਼ਾ ਲੈਣ ਤੋਂ ਬਚਿਆ ਜਾਵੇ, ਬਚਣ ਦੀ ਕੋਸ਼ਿਸ਼ ਕਰੋ। ਹੁਣ ਇਹ ਜੇ ਬਚਨ ਸਤਿਗੁਰ ਕਰਦੇ ਸੀ, ਭਾਈ ਸਿੰਘੇ ਨੇ ਸੁਣੇ ਤੇ ਭਾਈ ਸਿੰਘਾਂ ਜੀ ਨੇ ਪਰਨ ਕਰ ਲਿਆ। ਕਹਿੰਦਾ ਵੀ ਭੁੱਖੇ ਮਰਨਾ ਮਨਜ਼ੂਰ ਹੈ, ਜੇ ਛਕਣਾ ਛਕਾਉਣਾ ਤਾਂ ਆਪਣੀ ਕਿਰਤ ਕਰਕੇ ਛਕਣਾ। ਇਹ ਖਡੂਰ ਸਾਹਿਬ ਰਹਿੰਦੇ ਹੁੰਦੇ ਤੇ ਉੱਥੇ ਹੀ ਸਮਾਂ ਐਸਾ ਬਣਿਆ, ਭਾਈ ਸਿੰਘੇ ਦੇ ਘਰ ਵਾਲੀ ਕੋਲੇ ਬੱਚਾ ਪੈਦਾ ਹੋਇਆ। ਕਈ ਦਿਨ ਦਿਹਾੜੀ ਨਾ ਮਿਲੀ, ਕੰਮ ਤੇ ਨਾ ਗਏ ਤੇ ਹਾਲਾਤ ਨਾਜ਼ੁਕ ਹੋ ਗਏ, ਰੋਟੀ ਵੀ ਨਾ ਪੱਕੀ ਘਰੇ। 4-5 ਦਿਨਾਂ ਬਾਅਦ ਇੱਕ ਦਿਨ ਦਿਹਾੜੀ ਮਿਲੀ, 2 ਆਨੇ ਕਮਾ ਕੇ ਦੁਕਾਨ ਤੇ ਚਲੇ ਗਏ। ਦੁਕਾਨ ਸੀ ਭਾਈ ਲਹਿਣਾ ਜੀ ਦੀ, ਜਿਹੜੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਹੋਏ ਹੈ ਨਾ, ਇਹਨਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਇਹਨਾਂ ਦਾ ਜਨਮ ਤਾਂ ਹੋਇਆ ਮੱਤੇ ਕੀ ਸਰਾਂ ਮੁਕਤਸਰ ਜ਼ਿਲ੍ਹੇ ਵਿੱਚ, ਪਰ ਉੱਥੇ ਬਾਬਾ ਫੇਰੂ ਮੱਲ ਜੀ ਪਰਿਵਾਰ ਸਮੇਤ ਰਹਿੰਦੇ ਹੁੰਦੇ, ਡਾਕੂਆਂ ਦੀ ਧਾੜ ਆਈ, ਉਹਨਾਂ ਨੇ ਮੱਤੇ ਕੀ ਸਰਾਂ ਨੂੰ ਉਜਾੜਤਾ ਸੀ ਗੁਰਮੁਖੋ, ਲੁੱਟ ਲਿਆ ਸੀ ਨਗਰ। ਉਥੋਂ ਫਿਰ ਜਿਹਨੂੰ ਜਿਹਨੂੰ ਜਿੱਥੇ ਟਿਕਾਣਾ ਮਿਲਿਆ ਜਾ ਕੇ ਰਹਿਣ ਲੱਗ ਗਏ ਸੀ। ਤੇ ਬਾਬਾ ਫੇਰੂ ਮੱਲ ਜੀ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਕੋਲੇ ਆ ਕੇ ਖਡੂਰ ਸਾਹਿਬ ਰਹਿ ਪਏ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਭਰਾਈ ਜੀ
ਇਹ ਗੁਰੂ ਅੰਗਦ ਦੇਵ ਮਹਾਰਾਜ ਦੀ ਭੂਆ ਜੀ ਸਨ ਗੁਰੂ। ਇੱਥੇ ਆ ਕੇ ਪਰਿਵਾਰ ਰਹਿਣ ਲੱਗ ਗਿਆ ਤੇ ਭਾਈ ਲਹਿਣਾ ਜੀ ਦੁਕਾਨਦਾਰੀ ਕਰਦੇ ਹਨ। ਹੁਣ ਦੁਕਾਨ ਸੋਹਣੀ ਚੱਲਦੀ ਤੇ ਭਾਈ ਸਿੰਘਾਂ ਜੀ ਸ਼ਾਮ ਦਾ ਟਾਈਮ ਤੇ ਆਟਾ ਲੈਣ ਆ ਗਏ ਗੁਰੂ। ਕਹਿੰਦੇ ਲੈਣਿਆ ਸਤਿਗੁਰ ਦੀ ਕਿਰਪਾ ਹੋ ਗਈ, ਮੇਰੇ ਗੁਰੂ ਸਾਹਿਬ ਦੀ ਮਿਹਰ ਹੋ ਗਈ, ਮੈਨੂੰ ਦਿਹਾੜੀ ਮਿਲ ਗਈ। ਆ 2 ਆਨੇ ਕਮਾਏ ਨੇ, ਮੈਨੂੰ ਆਟਾ ਚਾਹੀਦਾ ਹੈ। ਸ਼ੁਕਰ ਹੈ ਮਹਾਰਾਜ ਦਾ ਅੱਜ ਘਰੇ ਖਾਣਾ ਤਿਆਰ ਹੋਊਗਾ। ਭਾਈ ਲਹਿਣਾ ਜੀ ਕਹਿੰਦੇ ਕੀ ਗੱਲ ਪਹਿਲਾਂ ਨਹੀਂ ਹੁੰਦਾ? ਕਹਿੰਦਾ ਨਹੀਂ, ਕਈ ਦਿਨ ਕੰਮ ਨਹੀਂ ਮਿਲਿਆ, ਅੱਜ ਤਾਂ ਰੋਟੀ ਤੋਂ ਵੀ ਭੁੱਖੇ ਬੈਠੇ ਆ। ਭਾਈ ਲਹਿਣਾ ਜੀ ਨੇ ਦੇਖਿਆ ਵੀ 2 ਆਨੇ ਇਹਦੇ ਕੋਲ ਨੇ, ਜਿੰਨਾ ਇਹਦਾ ਤੋਲ ਮੁਤਾਬਕ ਆਟਾ ਬਣਨਾ ਉਹ ਤਾਂ 2 ਪ੍ਰਸ਼ਾਦੇ ਮਸਾਂ ਬਣਨਗੇ। ਤਰਸ ਕਰ ਲਿਆ ਗੁਰਮੁਖ ਪਿਆਰਿਓ, ਜਿੰਨਾ ਤੋਲ ਬਣਦਾ ਸੀ ਉਹ ਵੀ ਦੇਤਾ ਤੇ ਬਾਅਦ ਚ ਕਹਿੰਦੇ ਖੜ 1 ਮਿੰਟ। ਭਾਈ ਸਿੰਘਾਂ ਜੀ ਖੜ ਗਏ ਤੇ 2-3 ਬੁੱਕ ਆਟੇ ਦੇ ਭਰ ਕੇ ਵੱਧ ਪਾਤੇ ਗੁਰੂ ਨੇ, ਦਇਆ ਕੀਤੀ। ਭਾਈ ਸਿੰਘਾਂ ਜੀ ਕਹਿੰਦੇ ਲੈਣਿਆ ਜਿੰਨਾ ਮੇਰਾ ਤੋਲ ਬਣਦਾ ਸੀ ਉਹ ਤਾਂ ਪਹਿਲਾਂ ਪਾਤਾ ਤੇ ਆ 2 ਬੁੱਕ ਵੱਧ ਕਾਤੋਂ ਪਾਤੇ? ਭਾਈ ਲਹਿਣਾ ਜੀ ਕਹਿੰਦੇ ਪਿਆਰਿਆ ਤੂੰ ਦੱਸਦਾ ਵੀ ਕਈ ਦਿਨਾਂ ਦੇ ਭੁੱਖੇ ਬੈਠੇ ਸੀ, ਮੈਨੂੰ ਤੇਰੇ ਤੇ ਤਰਸ ਆ ਗਿਆ ਵੀ ਚਲੋ ਰੱਜ ਕੇ ਖਾਣਾ ਤਾਂ ਖਾ ਲਓਗੇ, ਮੈਨੂੰ ਕਿਹੜਾ ਫਰਕ ਪੈਣਾ, ਬਥੇਰੀ ਮਹਾਰਾਜ ਦੀ ਕਿਰਪਾ ਨਾਲ ਦੁਕਾਨਦਾਰੀ ਸੋਹਣੀ ਚੱਲਦੀ ਹੈ, ਤਾਂ ਮੈਂ ਆਟਾ ਵੱਧ ਪਾਇਆ ਵੀ ਪਰਿਵਾਰ ਰੱਜ ਕੇ ਖਾਣਾ ਖਾ ਲੂਗਾ। ਜਦੋਂ ਆਹ ਗੱਲ ਕਹੀ ਭਾਈ ਸਿੰਘਾਂ ਜੀ ਕਹਿੰਦੇ ਕੱਢ ਲੈ ਜਿਹੜਾ ਵੱਧ ਪਾਇਆ ਆਟਾ ਆਪਣਾ, ਜਿੰਨਾ ਮੇਰਾ ਹੱਕ ਬਣਦਾ ਓਨਾ ਹੀ ਦੇ ਦੇ। ਭਾਈ ਲਹਿਣਾ ਜੀ ਕਹਿੰਦੇ ਮੈਨੂੰ ਕਿਹੜਾ ਫਰਕ ਪੈਂਦਾ, ਲੈ ਜਾ। ਭਾਈ ਸਿੰਘਾਂ ਜੀ ਕਹਿੰਦੇ ਤੈਨੂੰ ਤਾਂ ਫਰਕ ਨਹੀਂ ਪੈਣਾ, ਜੇ ਮੈਂ ਤੇਰਾ ਹੱਕ ਖਾ ਕੇ ਮਰ ਗਿਆ ਮੈਨੂੰ ਗੁਰੂ ਨਾਨਕ ਨੇ ਮਾਫ ਨਹੀਂ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸਬਰ ਸੰਤੋਖ ਹੈਗਾ ਗੁਰਮੁਖੋ ਕਿਤੇ, ਤਾਂ ਹੀ ਅੱਜ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਅਸੀਂ ਗੁਰੂ ਦਰਬਾਰਾਂ 'ਚ ਨਾਮ ਲੈਂਦੇ ਹਾਂ ਗੁਰਸਿੱਖਾਂ ਦਾ। ਸਬਰ ਸੰਤੋਖ ਜ਼ਰੂਰੀ ਹੈ। ਤੇ ਅੱਜ ਕੱਲ ਜਿਹੜੇ ਸਾਡੇ ਹਾਲਾਤ ਬਣੇ, ਹੈਗਾ ਤਾਂ ਸਭ ਕੁਝ ਪਰ ਜੇ ਨਹੀਂ ਹੈ ਤਾਂ ਦੁਨੀਆ ਨੂੰ ਸਬਰ ਹੀ ਨਹੀਂ ਹੈ। ਇੱਥੇ ਹੁਣ ਇਤਿਹਾਸ ਦੱਸਦਾ ਗੁਰੂ ਨਾਨਕ ਦੇਵ ਮਹਾਰਾਜ ਭਾਈ ਲਹਿਣਾ ਜੀ ਨੂੰ ਗੁਰਮੁਖੋਂ ਮੂਹਰੋਂ ਫੜ ਕੇ ਲੈ ਗਏ। ਭਾਈ ਲਹਿਣਾ ਜੀ ਨਾਲ ਬਚਨ ਕਰ ਲਿਆ ਅਸੀਂ ਤੇਰਾ ਕੁਛ ਦੇਣਾ। ਬਸ ਐਸਾ ਪ੍ਰੇਮ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਹੀ ਬਣ ਕੇ ਰਹਿ ਗਏ। ਗੁਰੂ ਜੇ ਆਪਾਂ ਵੀ ਆਹ ਗੱਲ ਪੱਲੇ ਬੰਨ ਲਈਏ ਨਾ, ਆਇਆਂ ਨੂੰ ਜੀ ਆਇਆ ਕਹਿਣਾ ਸਿੱਖ ਲਈਏ, ਫਿਰ ਕਾਹਨੂੰ ਕੋਈ ਟੁੱਟੇ ਗੁਰੂ। ਆ ਜਿਹੜੇ ਹੁਣ ਡਾਂਗਾਂ ਖੜਕਦੀਆਂ ਹੈ ਤਾਂ ਸਾਡੇ ਹੀ ਸਿੱਖ, ਕੁਛ ਡੇਰਿਆਂ ਨਾਲ ਜੁੜਿਆ ਹੋਇਆ, ਕੋਈ ਹੋਰ ਪਾਸੇ ਤੁਰਿਆ ਫਿਰਦਾ। ਰੌਲਾ ਤਾਂ ਆਪਾਂ ਪਾਉਨੇ ਆ ਵੀ ਗੁਰੂ ਘਰ ਦਾ ਪੱਲਾ ਛੱਡ ਕੇ ਮਨਮਤੀਆਂ ਦੇ ਨਾ ਜਾਓ, ਪਰ ਇਹ ਵੀ ਸੋਚੋ ਵੀ ਉਹ ਗਏ ਤਾਂ ਗਏ ਕਿਉਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਗੁਰਮੁਖ ਪਿਆਰਿਓ ਜਦੋਂ ਆਇਆਂ ਨੂੰ ਜੀ ਆਇਆਂ ਨਹੀਂ ਕਹਿੰਦੇ ਤਾਂ ਉਹ ਹਾਲ ਹੁੰਦਾ। ਇਸ ਕਰਕੇ ਆਪਣਾ ਬਣਾਉਣਾ ਸਿੱਖੋ ਪਿਆਰਿਓ। ਸਤਿਗੁਰੂ ਨਾਨਕ ਦੇ ਘਰ ਦਾ ਤਾਂ ਅਸੂਲ ਹੈ, ਇੱਥੇ ਕੋਈ ਵੀ ਆਇਆ ਮਹਾਰਾਜ ਦੇ ਦਰ ਤੋਂ ਖਾਲੀ ਨਹੀਂ ਸੀ ਮੁੜਿਆ। ਗੁਰੂ ਖਾਲੀ ਨਹੀਂ ਸੀ ਮੋੜਿਆ ਮਹਾਰਾਜ ਨੇ। ਹੁਣ ਭਾਈ ਲਹਿਣਾ ਜੀ ਰਹਿ ਪਏ ਗੁਰੂ ਨਾਨਕ ਦੇ ਚਰਨਾਂ ਵਿੱਚ, ਐਸਾ ਪਿਆਰ ਬਣਿਆ, ਫਿਰ ਸੇਵਾ ਕੀਤੀ ਬਹੁਤ। ਦੁਕਾਨਦਾਰੀ ਸੀ ਜਿਹੜੀ ਆਪੇ ਪਰਿਵਾਰ ਨੇ ਬਾਅਦ ਵਿੱਚ ਸੰਭਾਲੀ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਹੀ ਸੇਵਾ ਕਰਦੇ ਰਹਿੰਦੇ। ਤੇ ਕਈਆਂ ਨੇ ਜਾ ਕੇ ਮਾਤਾ ਖੀਵੀ ਜੀ ਨੂੰ ਕਹਿਣਾ, ਭਾਈ ਲਹਿਣਾ ਜੀ ਦੇ ਘਰ ਵਾਲੀ ਨੂੰ, ਕਹਿੰਦੇ ਆਪਣੇ ਪਤੀ ਨੂੰ ਸਮਝਾ, ਚੰਗਾ ਭਲਾ ਕੰਮ ਧੰਦਾ ਚੱਲਦਾ ਸੀ, ਦੁਕਾਨਦਾਰੀ ਛੱਡ ਕੇ ਉਹ ਬਾਬਿਆਂ ਦਾ ਸੇਵਕ ਬਣ ਗਿਆ। ਉਹ ਕਰਮ ਵੀ ਕਰਦਾ ਜਿਹੜੇ ਗੁਰੂ ਨਾਨਕ ਦੇ ਪੁੱਤ ਵੀ ਨਹੀਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੀ ਇਹੋ ਜਿਹਾ ਕੀ ਹੋ ਗਿਆ? ਉਤੋਂ ਫਿਰ ਦੱਸਣ ਵਾਲਿਆਂ ਨੇ ਦੱਸਿਆ, ਕਹਿੰਦੇ ਇੱਕ ਵਾਰੀ ਮਹਾਰਾਜ ਤੁਰੇ ਜਾਂਦੇ ਆ, ਹੱਥ ਵਿੱਚ ਸੀਗਾ ਗੜਵਾ ਤੇ ਉਹ ਗੁਰੂ ਨਾਨਕ ਸਾਹਿਬ ਨੇ ਗੰਦੇ ਨਾਲੇ 'ਚ ਸਿੱਟਤਾ। ਤੇ ਬਾਅਦ ਵਿੱਚ ਆਪਣੇ ਸੁਪੁੱਤਰ ਸ੍ਰੀ ਚੰਦ ਨੂੰ ਕਿਹਾ, ਬੇਟਾ ਗੜਵਾ ਕੱਢ। ਤੇ ਬਾਬਾ ਸ੍ਰੀ ਚੰਦਰ ਜੀ ਕਹਿੰਦੇ, ਪਿਤਾ ਜੀ ਗੜਵਾ ਸਸਤਾ ਹੈ, ਕੱਪੜੇ ਮਹਿੰਗੇ ਹੈ, ਇਹ ਗੰਦੇ ਪਾਣੀ 'ਚ ਕਾਹਨੂੰ ਵਾੜ ਦਿਓ, ਆਪਾਂ ਗੜਵਾ ਹੀ ਹੋਰ ਲੈ ਲਾਂਗੇ। ਜਵਾਬ ਦੇ ਫਿਰ ਲਖਮੀ ਦਾਸ ਜੀ ਨੂੰ ਆਖਿਆ, ਬੇਟਾ ਤੁਸੀਂ ਇਹ ਗੜਵਾ ਕੱਢੋ
ਉਹ ਵੀ ਕਹਿੰਦੇ ਵੱਡੇ ਭਰਾ ਨੇ ਠੀਕ ਹੀ ਆਖਿਆ। ਫਿਰ ਲਾਸਟ ਵਿੱਚ ਕਿਹਾ ਸੀ ਲਹਿਣਿਆ ਪੁਰਸ਼ਾ ਤੁਸੀਂ ਕਰੋ ਹਿੰਮਤ। ਤੇ ਭਾਈ ਲਹਿਣਾ ਜੀ ਨੇ ਕੋਈ ਕੱਪੜਿਆਂ ਦੀ ਵੀ ਪਰਵਾਹ ਨਹੀਂ ਕੀਤੀ, ਛਾਲ ਮਾਰੀ, ਗੰਦੇ ਨਾਲੇ ਚੋਂ ਗੜਵਾ ਕੱਢ ਕੇ ਲਿਆਂਦਾ। ਸਾਫ਼ ਕਰਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਫੜਾਉਣ ਲੱਗੇ, ਸਤਿਗੁਰ ਨੇ ਗੜਵਾ ਨਹੀਂ ਫੜਿਆ, ਭਾਈ ਲਹਿਣਾ ਜੀ ਨੂੰ ਗਲਵਕੜੀ ਪਾ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮੈਂ ਗੜਵੇ ਤੋਂ ਕੀ ਲੈਣਾ ਸੀ, ਮੈਂ ਤਾਂ ਵੇਖਦਾ ਸੀ ਤੁਹਾਡੇ ਵਿੱਚੋਂ ਸਤ ਵਚਨ ਦਾ ਅਧਿਕਾਰੀ ਕੌਣ ਹੈ। ਮੈਂ ਗੜਵਾ ਨਹੀਂ ਸੀ ਵੇਖਣਾ। ਜਿਹੜਾ ਖੁਦ ਡਰਦਾ ਮੈਂ ਲਿਬੜ ਨਾ ਜਾਵਾਂ, ਉਹ ਕਿਸੇ ਨੂੰ ਚਿੱਕੜ ਚੋਂ ਕੀ ਕੱਢੂਗਾ। ਜਿਹੜਾ ਖੁਦ ਡਰਦਾ ਮੈਨੂੰ ਸੇਕ ਨਾ ਲੱਗ ਜੇ, ਉਹ ਕਿਸੇ ਨੂੰ ਮੱਚਦੀ ਅੱਗ ਚੋਂ ਕੀ ਕੱਢੂਗਾ। ਮੈਂ ਤਾਂ ਆਪਣਾ ਉੱਤਰਾਧਿਕਾਰੀ ਚੁਣਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜੀਆਂ ਗੱਲਾਂ ਗੁਆਂਢੀ ਜਾ ਜਾ ਕੇ ਮਾਤਾ ਖੀਵੀ ਨੂੰ ਦੱਸਦੇ ਰਹਿੰਦੇ ਸੀ। ਪਰ ਮਾਤਾ ਖੀਵੀ ਦਾ ਵੀ ਬੀਬੀਓ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰੀ ਨਾਂ ਆਇਆ। ਉਹ ਕਾਰਨ ਕੀ ਸੀ? ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਇੱਕੋ ਗੱਲ ਤੇ ਭਰੋਸਾ ਕੀਤਾ, ਮੇਰਾ ਪਤੀ ਗੁਰੂ ਨਾਨਕ ਦਾ ਸੇਵਕ ਹੈ, ਜੋ ਕਰਦਾ ਗੁਰੂ ਨਾਨਕ ਦੀ ਆਗਿਆ ਵਿੱਚ ਕਰਦਾ ਹੈ, ਮੈਨੂੰ ਕੋਈ ਪਰਵਾਹ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਿੱਛੇ ਬੱਚਿਆਂ ਨੂੰ ਵੀ ਇਹੋ ਜੀ ਸਿੱਖਿਆ ਦਿੱਤੀ। 2 ਧੀਆਂ ਸੀ ਨਾ, ਬੀਬੀ ਅਮਰੋ ਤੇ ਅਨੋਖੀ। ਇਹ ਬੀਬੀ ਅਮਰੋ ਦੇ ਵਿਚਾਰ ਸੁਣ ਕੇ, ਬਾਣੀ ਸੁਣ ਕੇ, ਬਾਅਦ ਵਿੱਚ ਸਹੁਰੇ ਪਰਿਵਾਰ ਵਿੱਚੋਂ ਬਾਬਾ ਅਮਰਦਾਸ ਗੁਰੂ ਘਰ ਨਾਲ ਜੁੜ ਗਏ ਸੀ। ਇਹ ਕਾਰਜ ਤੁਸੀਂ ਵੀ ਕਰਨਾ ਹੈ। ਕੱਲਾ ਪ੍ਰਚਾਰਕਾਂ ਨੂੰ ਇਹਨਾਂ ਦੋਸ਼ ਦੇਈ ਜਾਇਆ ਕਰੋ ਵੀ ਗੁਰੂ ਵਾਲਾ ਕੋਈ ਬਣਦਾ ਨਹੀਂ ਜੀ, ਪ੍ਰਚਾਰ ਨਹੀਂ ਹੁੰਦਾ। ਇਹ ਤਾਂ ਘਰ ਘਰ ਆਪਾਂ ਆਪੋ ਆਪਣਾ ਆਪ ਸੰਭਾਲਾਂਗੇ, ਗੱਲ ਤਾਂ ਬਣੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕਹਿਣ ਵਾਲਾ ਸਟੇਜ ਤੇ ਬਹਿ ਕੇ ਕਹੀ ਜਾਂਦਾ ਬਾਣੀ ਪੜੋ, ਨਿਤਨੇਮ ਨਾਲ ਜੁੜੋ, ਨਾ ਤਾਂ ਆਪ ਜੁੜਿਆ ਤੇ ਨਾ ਤੁਸੀਂ ਮੰਨਿਆ, ਫਿਰ ਕਿਵੇਂ ਭਲਾ ਹੋਊਗਾ। ਇਹ ਤਾਂ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਵੀ ਗਾਉਣ ਵਾਲਾ ਗਾਵੇ, ਕੋਈ ਸੁਣਨ ਵਾਲਾ ਸੁਣ ਲੇ, ਜਿਹਨੇ ਵੀ ਆਪਣਾ ਮਨ ਚਿੱਤ ਗੁਰੂ ਨਾਲ ਜੋੜ ਲਿਆ, ਉਹਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ। ਆਪੋ ਆਪਣੇ ਫਰਜ਼ ਨਿਭਾਓ। ਆਪਣੇ ਬੱਚਿਆਂ ਨੂੰ ਜਿੰਨਾ ਚਿਰ ਤੁਹਾਡੇ ਕਹਿਣੇ 'ਚ ਹੈਗੇ, ਗੁਰੂ ਘਰ ਤੋਂ ਤੋੜੋ ਨਾ, ਕੇਸ ਦਾੜੀਆਂ ਰੱਖੋ, ਬਾਣੀ ਨਾਲ ਜੋੜੋ, ਨਿਤਨੇਮ ਵੱਧ ਤੋਂ ਵੱਧ ਵਧਾਓ ਘਰਾਂ ਦੇ ਵਿੱਚ ਭਾਈ, ਤਾਂ ਭਲਾ ਹੋਣਾ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦੇ, ਤੇ ਸੇਵਾ ਵੀ ਐਸੀ ਕਦੇ ਬਚਨ ਨਾ ਮੋੜਨ। ਆਪਣੇ ਵਾਲਾ ਕੰਮ ਨਹੀਂ ਸੀ ਵੀ ਮੱਥੇ ਵੀ ਟੇਕੀ ਜਾਣੇ ਐ, ਸਵਾਲ ਜਵਾਬ ਵੀ ਵਿੱਚ ਹੀ ਚੱਲੀ ਜਾਂਦੇ ਨੇ। ਸਲਾਮ ਜਵਾਬ ਦੋਵੇਂ ਕਰੇ, ਮੁੱਢੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਇਦਾਂ ਦਾ ਜੀਵਨ ਨਹੀਂ ਚਾਹੀਦਾ। ਜੀਵਨ ਚਾਹੀਦਾ ਗੁਰੂ ਦੇ ਬਚਨ ਕਮਾਉਣ ਵਾਲਾ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਸੰਗਤ ਆਈ ਹੈ ਬਹੁਤ, ਉੱਤੋਂ ਹੋ ਗਈ ਬੱਦਲਵਾਈ, ਭਾਈ ਐ ਕਰੋ ਕਿੱਕਰ ਤੇ ਚੜ ਕੇ ਹਲੂਣਾ ਦਿਓ, ਮਠਿਆਈ ਡਿੱਗੂ ਆਪਾਂ ਸੰਗਤ ਨੂੰ ਛਕਾਵਾਂਗੇ। ਪਹਿਲਾਂ ਸ੍ਰੀ ਚੰਦਰ ਜੀ ਨੂੰ ਆਖਿਆ, ਉਹ ਕਹਿੰਦੇ ਮੈਂ ਤਾਂ ਨਹੀਂ ਚੜਨਾ, ਕਿਉਂਕਿ ਕਿੱਕਰ ਤੇ ਮਠਿਆਈ ਕਿੱਥੇ ਹੈ, ਕਿਉਂ ਚੜੀਏ। ਫਿਰ ਲਖਮੀ ਦਾਸ ਜੀ ਨੂੰ ਆਖਿਆ, ਬੇਟਾ ਕਿੱਕਰ ਤੇ ਚੜ ਕੇ ਹਲੂਣਾ ਦੇ ਦਿਓ, ਮਠਿਆਈ ਡਿੱਗੂ ਸੰਗਤ ਨੂੰ ਛਕਾ ਦੇਾਂਗੇ। ਉਹ ਵੀ ਜਵਾਬ ਦੇ ਗਏ। ਫਿਰ ਤੀਜੇ ਨੰਬਰ ਤੇ ਭਾਈ ਲਹਿਣਾ ਜੀ ਨੂੰ ਆਖਿਆ, ਕਹਿੰਦੇ ਐਦਾਂ ਕਰੋ ਕਿੱਕਰ ਤੇ ਚੜ ਕੇ ਹਲੂਣਾ ਦਿਓ, ਮਠਿਆਈ ਡਿੱਗੂ ਆਪਾਂ ਸੰਗਤ ਨੂੰ ਛਕਾਵਾਂਗੇ। ਤੇ ਭਾਈ ਲਹਿਣਾ ਜੀ ਕਹਿੰਦੇ ਸਤ ਬਚਨ। ਕਿੱਕਰ ਤੇ ਚੜਨ ਲੱਗੇ ਗੁਰੂ, ਜੋੜੇ ਲਾ ਕੇ ਜਦੋਂ ਪਾਇਆ ਨਾ ਕਿੱਕਰ ਨੂੰ ਹੱਥ, ਤੇ ਬਾਬਾ ਸ੍ਰੀ ਚੰਦਰ ਜੀ ਨੇ ਬਾਂਹ ਤੋਂ ਫੜ ਲਿਆ। ਕਹਿੰਦੇ ਲਹਿਣਿਆ ਐਂ ਦੱਸ ਭਲਾ ਤੈਨੂੰ ਕਿਤੇ ਕਿੱਕਰ ਤੇ ਮਠਿਆਈ ਦੀਂਦੀ ਐ? ਭਾਈ ਲਹਿਣਾ ਜੀ ਕਹਿੰਦੇ ਨਹੀਂ, ਤੁੱਕੇ ਲਮਕਦੇ ਆ। ਕਹਿੰਦੇ ਫਿਰ ਜਦੋਂ ਖੁਦ ਮੰਨ ਰਿਹਾ ਵੀ ਕਿੱਕਰ ਤੇ ਤੁੱਕੇ ਲਮਕਦੇ ਆ, ਚੜਦਾ ਕਾਤੋਂ? ਕੀ ਫਾਇਦਾ ਹਲੂਣਾ ਦੇਣ ਦਾ? ਇੱਥੇ ਹੁਣ ਬੇਨਤੀ ਸਮਝ ਲਿਓ। ਭਾਈ ਲਹਿਣਾ ਜੀ ਕਹਿੰਦੇ, ਸ੍ਰੀ ਚੰਦਰ ਜੀ ਗੱਲ ਤਾਂ ਤੁਹਾਡੀ ਵੀ ਠੀਕ ਹੈ, ਪਰ ਮੈਨੂੰ ਅਸਲ ਵਿੱਚ ਮਠਿਆਈ ਨਾਲ ਕੋਈ ਮਤਲਬ ਹੀ ਹੈ ਨਹੀਂ। ਮੈਨੂੰ ਮਹਾਰਾਜ ਨੇ ਇਹ ਤਾਂ ਨਹੀਂ ਕਿਹਾ ਵੀ ਤੂੰ ਮਠਿਆਈ ਲਾ, ਜੇ ਨਹੀਂ ਡਿੱਗੂ ਤਾਂ ਗੁਰੂ ਨਾਨਕ ਨੂੰ ਫਿਕਰ ਹੈ। ਮੈਨੂੰ ਤਾਂ ਹੁਕਮ ਸਿਰਫ ਹਲੂਣਾ ਦੇਣ ਦਾ, ਉਹ ਤਾਂ ਮੈਂ ਜ਼ਰੂਰ ਦੇਵਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਬਚਨ ਦੀ ਕਮਾਈ। ਆਪਾਂ ਨੂੰ ਵੀ ਸਤਿਗੁਰ ਕਹਿੰਦੇ, ਕਾਲ ਖਾਏ ਕਿਸ ਹੱਥੋਂ ਹੁੰਦੇ, ਨਾਨਕ ਰਾਹ ਪਛਾਣੈ ਸਿੱਖਾ ਸੱਚੀ ਕਿਰਤ ਕਰਿਆ ਕਰ। ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ, ਨਿਤਨੇਮੀ ਹੋ ਜਾ,
ਰਹਿਤ ਵਹਿਤ ਵਿੱਚ ਪੱਕਾ ਰਹਿ, ਤੈਨੂੰ ਮੁਕਤੀ ਵੀ ਮਿਲੂ, ਤੇਰਾ ਸੰਸਾਰ 'ਚ ਮਾਣ ਅਦਬ ਵੀ ਵਧੂ। ਤੇ ਕਈ ਸ਼ੰਕਿਆਂ 'ਚ ਹੀ ਪਏ ਰਹਿੰਦੇ ਆ ਵੀ ਕੀ ਕਿਰਪਾਨ ਨਾਲ ਮੁਕਤੀ ਮਿਲਣੀ ਹੈ, ਕੰਘੇ ਨਾਲ ਮੁਕਤੀ ਮਿਲੂ, ਕੇਸਾਂ ਨਾਲ ਮਿਲੂ। ਅਸਲ ਵਿੱਚ ਗੁਰਮੁਖੋ ਆਪਾਂ ਨੂੰ ਤਾਂ ਗੁਰੂ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ। ਆਖੋ ਸੰਨ ਲਿਆ, ਅਮਲ ਕਰ ਲਿਆ, ਉਹਨਾਂ ਦਾ ਬੇੜਾ ਪਾਰ ਹੋਇਆ। ਤਾਂ ਹੀ ਬਾਬਾ ਫਰੀਦ ਜੀ ਨੇ ਲਿਖਿਆ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹ ਆਏ ਕੰਮ। ਆਪਾਂ ਸੱਚੀ ਗੱਲ ਤੇ ਸਹੀ ਗੱਲ ਤੇ ਅਮਲ ਘੱਟ ਕਰਦੇ ਆ, ਮਾੜੀਆਂ ਗੱਲਾਂ ਬਿਨਾਂ ਕਹੀ ਕਰੀ ਜਾਂਦੇ ਆ। ਚੰਗੀਆਂ ਗੱਲਾਂ ਤੇ ਅਮਲ। ਭਾਈ ਲਹਿਣਾ ਜੀ ਸੇਵਾ ਕਰਦੇ ਰਹੇ ਤੇ ਆਖਰਕਾਰ ਸਮਾਂ ਐਸਾ ਆਇਆ, ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਪੁੱਤਰ ਵੀ ਸੀਗੇ, ਸੇਵਕ ਵੀ ਸੀਗੇ। ਸੇਵਕ ਬਾਬਾ ਬੁੱਢਾ ਜੀ ਵਰਗੇ ਵੀ ਬੈਠੇ ਨੇ ਬ੍ਰਹਮ ਗਿਆਨੀ, ਜਿਨ੍ਹਾਂ ਨਾਲ ਬਚਨ ਕਰ ਲਿਆ, ਬੁੱਢਿਆ ਮੇਰੀ ਜੋਤ ਤੈਥੋਂ ਦੂਰ ਨਹੀਂ ਹੁੰਦੀ ਤੇ ਹੋਈ ਵੀ ਨਹੀਂ ਹੁੰਦੀ। ਪਰ ਇੱਥੇ ਬਚਨ ਪਤਾ ਕੀ ਹੈ? ਮਹਾਰਾਜ ਨੇ ਲਿਖਿਆ, ਜਿਨ ਸੇਵਿਆ ਤਿਨ ਪਾਇਆ ਮਾਨ। ਭਾਈ ਲਹਿਣਾ ਜੀ ਨੇ ਸੇਵਾ ਕਮਾ ਲਈ, ਮਾਨ ਐਸਾ ਮਿਲਿਆ, ਗੁਰਤਾ ਗੱਦੀ ਦੇ ਮਾਲਕ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਮ ਦੁਕਾਨ ਕਰਨੇ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਬਖਸ਼ ਕੇ ਫਿਰ ਬਚਨ ਕੀਤਾ, ਗੁਰੂ ਅੰਗਦ ਦੇਵ ਮਹਾਰਾਜ। ਅੱਜ ਤੋਂ ਇਹ ਗੁਰੂ ਅੰਗਦ ਦੇਵ ਬਣ ਗਏ। ਤੇ ਲਓ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, 1:30 ਵਜੇ ਸਮਾਪਤੀ ਦਾ ਹੁਕਮ ਪਰਿਵਾਰ ਵੱਲੋਂ ਸੀ। ਮੈਂ ਸਮਾਪਤੀ ਵੱਲ ਨੂੰ ਵਧਾਂ। ਹੁਣ ਇਹ ਇਤਿਹਾਸ ਸੁਣ ਲਿਆ, ਗੁਰਬਾਣੀ ਵੀ ਆਪ ਜੀ ਨੇ ਸੁਣੀ, ਰਾਗੀ ਸਿੰਘਾਂ ਨੇ ਵੀ ਪਹਿਲਾਂ ਬਹੁਤ ਸੋਹਣੇ ਸ਼ਬਦ ਪੜ੍ਹੇ। ਸੁਣ ਕੇ ਗੁਰਮੁਖ ਪਿਆਰਿਓ ਛੱਡ ਨਾ ਦਿਓ ਕਿਤੇ, ਜਿੰਨਾ ਕੁ ਹੋ ਜੇ ਗੁਰੂ ਵਾਲੇ ਪਾਸੇ ਵੱਲ ਨੂੰ ਆਪਣਾ ਕਦਮ ਵਧਾਓ। ਜਿਹੜੇ ਨਿਤਨੇਮੀ ਹੋ ਭਾਈ, ਹੋਰ ਨਿਤਨੇਮ ਵਿੱਚ ਵਾਧਾ ਕਰੋ, ਜਿੱਥੇ ਆਪ ਜੁੜੇ ਹੋ ਹੋਰਾਂ ਨੂੰ ਵੀ ਜੋੜੋ। ਤੇ ਜੇ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ। ਜਿਹੜੇ ਅੰਮ੍ਰਿਤ ਧਾਰੀ ਹੋ, 1 ਨੂੰ 2 ਨੂੰ 4 ਨੂੰ ਪ੍ਰੇਰ ਕੇ ਹੋਰ ਗੁਰੂ ਵਾਲੇ ਪਾਸੇ ਲਾਓ। ਇਹ ਸਾਡਾ ਫਰਜ਼ ਬਣਦਾ। ਗੁਰੂ ਅਨਮਤਾਂ ਵਾਲੇ ਆਪਣਾ ਵੱਧ ਚੜ ਕੇ ਜ਼ੋਰ ਲਾ ਰਹੇ ਐ, ਤੇ ਆਪਾਂ ਨੂੰ ਤਾਂ ਗੁਰੂ ਮਹਾਰਾਜ ਦਾ ਹੁਕਮ ਹੀ ਇਹ ਹੈ, ਆਪ ਜਪੈ ਅਵਰਹਿ ਨਾਮ ਜਪਾਵੈ। ਤੇ ਉਹਨੂੰ ਸਤਕਾਰ ਕਿੰਨਾ ਦਿੱਤਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਆਪਾਂ ਕਹਿੰਦੇ ਆ ਗੁਰੂ ਸਾਹਿਬ ਸਾਡੀ ਸੁਣਦੇ ਨਹੀਂ। ਮਹਾਰਾਜ ਕਹਿੰਦੇ ਅਸੀਂ ਤਾਂ ਉਹੇ ਜੇ ਸਿੱਖ ਦੀ ਚਰਨ ਧੂੜ ਚਾਹੁੰਦੇ ਆ, ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਵੀ ਨਾਮ ਜਪਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਕਰਕੇ ਭਲਾ ਭਾਈ ਗੁਰੂ ਸਾਹਿਬ ਦੇ ਨਾਲ ਜੁੜ ਕੇ ਹੀ ਆ, ਜਿਹੜੇ ਜੁੜ ਗਏ ਉਹਨਾਂ ਨੂੰ ਅੱਜ ਸੰਸਾਰ ਪੂਜਦਾ ਹੈ, ਤੇ ਜਿਹੜੇ ਬਚਨ ਸੁਣ ਕੇ ਅਣਸੁਣਿਆ ਕਰ ਗਏ ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਢੋਈ ਨਹੀਂ ਮਿਲੀ। ਸੋ ਇਹੀ ਗੁਰੂ ਘਰ ਦਾ ਸਿਧਾਂਤ ਹੈ। ਆਪਾਂ ਰਲ ਮਿਲ ਕਰਕੇ ਗੁਰਬਾਣੀ ਦੇ ਲੜ ਲੱਗੀਏ। ਜਿੰਨੀ ਵੀ ਸੰਗਤ ਆਈ ਹੈ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਮਿਹਰ ਕਰੇ, ਆਇਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੇ। ਵਾਹਿਗੁਰੂ 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 ਵਾਹਿਗੁਰੂ